कौशिक भाई स्क्रीनशॉट ले लो डीपी का। हाँ बिल्कुल भाई, बहुत जगह पे दिखाना पड़ेगा, ये सबको पढ़ा देना जिसको पंजाबी आती होगी। मेरे पास ना एक हुडसन इंस्टीट्यूट है ना, हडसन इंस्टीट्यूट है, तो उन्होंने कुछ साउथ एशियंस इंटेलेक्चुअल्स को मिला के एक डॉक्यूमेंट तैयार किया है कि कैसे पाकिस्तान और कश्मीर जो सेपरेटिस्ट हैं वो मिलके इंडिया में जो एक खालिस्तान मूवमेंट आगे चला रहे हैं, उसके ऊपर उन्होंने पूरी रिसर्च करके 44 पेज की एक थ्योरी लिखी है, मतलब एक बुक टाइप है। तो मेरे पास पीडीएफ में अवेलेबल है, उन्होंने सब कुछ उसके बारे में लिखा है कि कैसे फंड्स आ रहा है, कैसे साउथ अमेरिका में ये सब बढ़ते जा रहे हैं और कैसे इंडिया में इन सब का दबदबा बढ़ता जा रहा है। तो अगर आप चाहते हैं तो मैं आप किसी के पास भेज सकता हूँ, 44 पेज का पीडीएफ डॉक्यूमेंट है। कौशिक भाई मुझे लिंक, मुझे बैक चैनल कर दो। ठीक है भाई। भाई चुप ही हो गए सारे, अज चार्ज नहीं लगते पूरे। तेरे को तो चुकना पड़ा। हाँ नीचे सुकून तो बैठा है यार, ऊपर ने कदे नहीं आना है गांडू ने, ये बस इत्थे लुकिया रहंदा देखता रहंदा चूतियां वांगू। ऊपर आ जा बुद्धि दे। नहीं इसको निकाल दो, इसको पैन में डम नहीं है, अपने रूम में जाकर बड़ा शेर बनता है। यहाँ पे साला बिल्ली बिल्ली बन के बैठा हुआ है, यहाँ पे रिकॉर्डिंग करता हुआ। कौशिक भाई एक बात बोलूंगा आपको, कौशिक भाई एक बात बोलूंगा आपको, आपने जैसे बहुत इजी कहा था ना कि अच्छा अपनी मतलब बहनों से तो सुना था तो माओ से भी, नहीं ऐसे मत किया करो, मतलब हाँ सुना ऐसे मत किया, ऐसे क्या अच्छा यार कितनी ऐसे बोला करो, ये बहनों से तो शादियां पहले ही कंध डाल रखा था करते थे, माओ से भी शुरू कर दी, ऐसे करा करो कि अगले बंदे को पता लगना चाहिए सुनने वाले को। ये आपने जैसे बोला ना बहुत इजी सा हो गया कि हाँ वो तो कर लेते थे तब, इससे भी नहीं, ऐसा नहीं है यार, थोड़ा सा ना इसको तड़का लगाया करो। ये बहुत गंदी कौम है, ये इनको जलील करना है तो इस तरह से किया जाए, समझ रहे हो आप मेरी बात? बबलू ਵੀਰੇ ਆਪਾਂ ਨਾ ਥੋੜੀ ਜਿਹੀ ਇਹਦੇ ਤੇ ਵੀ ਚਾਨਣਾ ਪਾਈਏ ਕਿ ਐਵੋਲੂਸ਼ਨ ਹੋਇਆ ਕਿਦਾਂ। ਇਹ ਪਹਿਲਾਂ ਆਂਦੇ ਸੀਗੇ ਇਹ ਆਪਣਾ ਉਹ ਕੀ ਉਹ ਕਹਿੰਦੇ ਆ ਆਪਣਾ ਜਦੋਂ 84 ਤੋਂ ਬਾਅਦ ਇਹ ਆਏ ਆ, ਇਹ ਉਹ ਲੈ ਕੇ ਆਏ ਨਾ ਰਿਫਿਊਜੀ ਸਟੇਟਸ ਕਿ ਸਾਨੂੰ ਉੱਥੇ ਖਤਰਾ। ਫਿਰ ਮੁੜ ਕੇ ਇਹਨਾਂ ਨੇ ਵਾਰੀ ਵੱਟਾ ਸ਼ੁਰੂ ਕੀਤਾ ਆਪਸ ਚ ਕਿ ਉਹਦੀ ਭੈਣ ਵਿਆਹ ਲਈ ਤੇ ਆਪਸ ਚ ਕਰਕੇ ਕੱਚੇ ਕੱਚੇ ਵਿਆਹ ਕਰਾ ਕੇ ਆ ਗਏ। ਫਿਰ ਹੌਲੀ ਹੌਲੀ ਇਹ ਭੈਣਾਂ ਨਾਲ ਕਰਨ ਲੱਗ ਪਏ ਕਿਉਂਕਿ ਕੋਈ ਬਾਹਰਲਾ ਦਿੰਦਾ ਨਹੀਂ ਸੀ ਇਹਨਾਂ ਨੂੰ ਬਾਹਰਲਾ ਕੋਈ ਦਿੰਦਾ ਨਹੀਂ। ਫਿਰ ਮੁੜ ਕੇ ਇਹਨਾਂ ਨੇ ਜੇ ਕਿਸੇ ਦਾ ਉੱਥੇ ਮੁੰਡਾ ਜੰਮ ਪਿਆ ਉਹ ਵੱਡਾ ਹੋ ਗਿਆ ਤੇ 20 ਲੱਖ 25 ਲੱਖ ਲੈ ਕੇ ਤੇ ਇਹਨਾਂ ਨੇ ਫਿਰ ਉੱਥੋਂ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ। ਫਿਰ ਹੁਣ ਇਹ ਭੈਣਾਂ ਤੋਂ ਬਾਅਦ ਹੁਣ ਆਪਣੇ ਆਏ ਮਾਵਾਂ ਤੇ ਆ ਗਏ, ਪਹਿਲਾਂ ਕਜ਼ਨ ਤੇ ਸੀ ਫਿਰ ਰੀਅਲ ਭੈਣਾਂ ਤੇ ਆਏ ਫਿਰ ਮਾਵਾਂ ਤੇ ਆ ਗਏ। ਹੁਣ ਗਾਂ ਦੇਖੋ ਪਤਾ ਨੀ ਕੀ ਬਣਦਾ, ਗਾਂ ਮੈਨੂੰ ਲੱਗਦਾ ਦਾਦੀਆਂ ਦੂਦੀਆਂ ਤੱਕਰ ਵੀ ਜਾਣਗੇ ਇਹ ਜਿਸ ਹਿਸਾਬ ਨਾਲ ਤੁਰੇ। ਭਰਾਵਾ ਭੂਆ ਨਾਲ ਤਾਂ ਇੱਕ ਕੇਸ ਪਹਿਲੇ ਸਾਹਮਣੇ ਆਇਆ ਹੋਇਆ ਵਾ, ਭੂਆ ਨਾਲ ਵਿਆਹ ਕਰਾ ਲਿਆ ਬੰਦੇ ਨੇ ਯਾਰ, ਕਿੱਦਾਂ ਦੀ ਗੱਲ ਕਰਦੇ ਮੇਰੇ ਭਾਈ। ਉਹੀ ਨਹੀਂ ਮੈਂ ਉਹੀ ਕਹਿ ਰਿਹਾ ਨਾ, ਭੂਆ ਤੇ ਹੋ ਗਈ, ਮਾਵਾਂ ਤੱਕਰ ਵੀ ਪਹੁੰਚ ਗਏ ਤੇ ਹੁਣ ਫਿਰ ਗਾਂ ਦਾਦੇ ਦਾਦੀਆਂ ਹੀ ਰਹਿ ਗਏ। ਇਹ ਤੇ ਅੱਜ ਕੱਲ ਰਿਸ਼ਤੇ ਵੀ ਏਦਾਂ ਦੇ ਹੁੰਦੇ ਕਿ ਕੁੜੀ ਲੱਭਦੇ ਆ ਤੇ ਉਹ ਆਇਲਸ ਕੀਤੀ ਹੋਣੀ ਚਾਹੀਦੀ ਕਿਉਂਕਿ ਮੁੰਡੇ ਕੋਲ ਹੋ ਨਹੀਂ ਰਹੀ, ਉਹ ਵਿੱਚ ਫੇਲ ਹੋ ਗਿਆ ਸੀ। ਇਹਨਾਂ ਨੂੰ ਜਦੋਂ ਇਹਨਾਂ ਨੂੰ ਸਟੂਡੈਂਟਾਂ ਤੋਂ ਵੀ ਤਾਂ ਹੀ ਮੱਚਦੇ ਇਹ ਥੋੜਾ ਜਿਹਾ ਜ਼ਿਆਦਾਤਰ ਗੁਰਦੁਆਰੇ ਚੱਲ ਜਾਓ, ਸਟੂਡੈਂਟਾਂ ਤੋਂ ਇਸੇ ਕਰਕੇ ਤੇ ਮੱਚਦੇ। ਇਹ ਪੜ੍ਹੇ ਲਿਖੇ ਆਏ ਆਪਣੇ ਦਮ ਤੇ ਆਏ, ਭੈਣਾਂ ਨਾਲ ਵਿਆਹ ਕਰਾ ਕੇ ਨਹੀਂ ਆਏ। ਅਰੁਣ ਹਾਂਜੀ ਹਾਂਜੀ ਭਾਈ। ਮੈਂ ਕਿਹਾ ਭਾਜੀ ਜਿਹੜੀ ਇਹਨਾਂ ਨੇ ਜੋਗਿੰਦਰ ਬੱਸੀ ਦੇ ਗੋਲੀ ਨਹੀਂ ਚਲਾਈ ਸੀ ਥੋੜੀ ਦੇਰ ਪਹਿਲਾਂ, ਹਾਂਜੀ ਹਾਂਜੀ, ਉਹ ਇਸੇ ਕਰਕੇ ਚਲਵਾਈ ਗਈ ਆ ਕਿਉਂਕਿ ਉਹ ਪਰਦਾ ਫਸ਼ ਕਰਦਾ ਪਿਆ ਇਹਨਾਂ ਦਾ, ਉਹ ਗੋਲੀ ਇਸੇ ਕਰਕੇ ਚੱਲੀ ਆ। ਬਥੇਰਿਆਂ ਤੇ ਇਹਨਾਂ ਨੇ ਚਲਾਈਆਂ ਨੇ। ਇੱਕ ਉਹ ਉਧਰ ਜਿਹੜਾ BC ਦਾ ਇੱਕ ਉਹ ਸੀਗਾ ਇਹਨਾਂ ਦਾ ਲਿਬਰਲ ਦਾ MP, ਉਹ ਵੀ ਮਰਾਤਾ। ਆਪਣਾ ਇੱਥੇ
ਇੱਕ ਖਬਰਨਾਮਾ ਕਰਕੇ ਅਖਬਾਰ ਚਲਾਉਂਦਾ, ਮਤਲਬ ਆਨਲਾਈਨ ਹੀ ਪੋਰਟਲ ਹੈ ਆਪਣੇ ਟੋਰਾਂਟੋ ਵਾਲੇ ਪਾਸੇ, ਉਹਦੇ ਤੇ 2 ਵਾਰੀ ਹਮਲੇ ਹੋ ਗਏ। ਇਹਨਾਂ ਦਾ ਕੰਮ ਹੀ ਇਹ ਹੈ, ਇਹ ਜਿਹੜਾ ਇਹਨਾਂ ਦੇ ਕੱਪੜੇ ਲਾਂਦਾ ਉਹਨੂੰ ਇਹ ਮਾਰ ਦਿੰਦੇ ਆ ਜਾਂ ਉਹਨੂੰ ਉਹਦੇ ਪਿੱਛੇ ਕੁੱਟਮਾਰ ਕਰਦੇ ਆ। ਉਹ ਬੱਸੀ ਦੇ ਸ਼ੋਅ ਤੇ ਇਹੀ ਕੁਛ ਹੀ ਆਉਂਦਾ ਸਾਰੀ ਦਿਹਾੜੀ। ਉਹ ਭੈਣਾਂ ਨਾਲ ਵਿਆਹ ਕਰਾ ਕੇ ਉਹ ਸਿਰ ਪਿੱਟਦਾ ਰਹਿੰਦਾ। ਉਹ ਕਹਿੰਦਾ ਓ ਮਾਈ ਗॉड, ਓ ਮਾਈ ਗॉड। ਇੱਕ ਹੋਰ ਵੀ ਆ। ਲੈ ਇੱਕ ਹੋਰ ਵੀ ਲੈ ਜਿਹੜਾ ਉਹ ਕਹਿੰਦਾ ਹੁੰਦਾ ਕਮ ਔਨ ਹਨੀ, Yeah, come on, honey, don't do that. ਨੇਰੀ ਲਿਆਂਦਾ ਉਹ ਵੀ ਪੂਰੀ। ਕਿਉਂ ਸਰਕਾਰੀ ਸਾਹਿਬ? ਅੱਛਾ ਇੱਕ ਹੋਰ ਇਸ ਗੱਲ ਤੇ ਨਾ ਵੀਰ ਜੀ ਪੰਡਿਤ ਜੀ ਇਸ ਗੱਲ ਤੇ ਨਾ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ। ਇੱਕ ਨਾ ਚਨਕਾਟਾ ਕਰਕੇ ਕੁਛ ਆਂਦਾ ਸੀਗਾ ਕੋਈ ਸੀਰੀਜ਼, ਮਤਲਬ ਹੈ ਨਾ, ਦੇਖੀਏ ਕਿਸੇ ਨੇ? ਹਾਂਜੀ ਉਹਦੇ ਚ ਵੀ ਇੱਕ ਖੋਤਾ ਹੈ, ਉਹ ਕੀ ਕਹਿੰਦਾ ਇਹ ਚੰਟੂ ਦੀ ਚਾਈ, ਇਹਦੇ ਤੋਂ ਆਪਾਂ ਰੱਖੜੀ ਬਣਵਾ ਲਈ ਦਾ, ਫਿਰ ਇਹ ਸਾਨੂੰ ਮਤਲਬ ਉਹ ਬੋਲਦੀ ਹੈ, ਆਪਣਾ ਹਸਬੈਂਡ ਵੀ ਬੋਲਦੀ ਹੈ ਨਾਲੇ ਭਰਾ ਵੀ ਬੋਲਦੀ ਹੈ। ਮੈਡਮ ਇਹਨਾਂ ਨੇ ਨਾ ਇਹਨਾਂ ਨੇ ਟਾਰਗੇਟ ਕੀਤਾ ਸੀ ਉਹ ਪਾਪੇ ਜਿਹੜੇ ਸਿੱਖ ਹੁੰਦੇ ਨਾ, ਉਹ ਵਿਚਾਰੇ ਚੰਗੇ ਲੋਕ ਹੁੰਦੇ ਆ, ਉਹ ਅਸਲੀ ਸਿੱਖ ਉਹੀ ਹੁੰਦੇ ਆ, ਤੇ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ। ਉਹਦੇ ਵਿੱਚ ਇੱਕ ਤਰੀਕੇ ਨਾਲ ਉਹਨਾਂ ਨੂੰ ਜਲੀਲ ਕੀਤਾ ਗਿਆ ਸੀਗਾ। ਉਹਦੇ ਵਿੱਚ ਆਪਾਂ ਸਿੱਖ ਨਾ ਲੱਗੇ ਚੱਲੀਏ, ਉਹਦੇ ਵਿੱਚ ਨਾ ਇਹਨਾਂ ਨੇ ਉਹ ਖੱਤਰੀ ਸਿੱਖ ਹੁੰਦੇ ਆ ਜਿਹੜੇ ਜਿਹਨਾਂ ਨੂੰ ਭਾਪੇ ਕਹਿੰਦੇ ਆ, ਉਹਨਾਂ ਨੂੰ ਜਲੀਲ ਕੀਤਾ ਸੀ ਇੱਕ ਤਰੀਕੇ ਨਾਲ। ਉਹਦੇ ਵਿੱਚ ਕਹਿੰਦੇ ਸੀ ਕਾਟੇ ਚ ਹੱਲੇ ਨੇ। ਹਾਂ ਉਹ ਵਿਚਾਰੇ ਬੜੇ ਪਿਆਰੇ ਲੋਕ ਹੁੰਦੇ ਆ, ਉਹ ਬੜੇ ਮਤਲਬ ਮਿਹਨਤੀ ਲੋਕ ਹੁੰਦੇ ਆ, ਕੰਮ ਕਾਰ ਵਾਲੇ, ਵੈਲ ਸੈਟਲ ਹੁੰਦੇ ਆ। ਉਹ ਭੱਲਾ ਤਾਂ ਹੈ ਹੀ ਹਰਾਮ ਦਾ, ਉਹਦਾ ਉਹਦਾ ਹਰਾਮ ਦੀ ਸੱਟ ਹੈ ਇਹਨਾਂ ਦੇ ਵਿੱਚ। ਜੇ ਆਪਾਂ ਨਾ ਸਿੱਖ ਸਮਾਜ ਦੇ ਵਿੱਚ ਜੇ ਕਿਸੇ ਦੀ ਉਪਲਬਧੀ ਦੇਖਣੀ ਹੈ ਨਾ, ਤੇ ਜਿਨ੍ਹਾਂ ਨੂੰ ਇਹ ਭਾਪੇ ਕਹਿੰਦੇ ਆ ਨਾ, ਉਹਨਾਂ ਦੀ ਹੈ, ਹੋਰ ਕਿਸੇ ਦੀ ਹੈ। ਬਿਲਕੁਲ ਸਾਰੇ ਬਿਜ਼ਨਸ ਇਸ ਵੇਲੇ ਉਹਨਾਂ ਕੋਲ ਆ, ਤੁਸੀਂ ਦੇਖ ਲਓ। ਚਾਹੇ ਦਿੱਲੀ ਕੱਪੜੇ ਮਾਰਕੀਟ, ਦਿੱਲੀ ਕੱਪੜਾ ਮਾਰਕੀਟ ਜਿਹੜਾ ਸੀ, ਅਮੁਲ ਦਾ CEO ਦੇਖ ਲਓ, ਚਾਹੇ ਇੱਕ ਆਪਣਾ ਕਿਹੜਾ ਇੱਥੇ ਚੇਜ਼ ਨਹੀਂ ਆਪਣਾ US ਦੀ ਯਾਰ ਇੱਕ ਹੈਗੀ ਆ ਨਾ ਬੈਂਕਿੰਗ, ਮਾਸਟਰਕਾਰਡ ਉਹ ਆਹੋ ਮਾਸਟਰਕਾਰਡ ਦਾ ਵੀ ਉਹ ਹੈਡ ਹੋਈ ਹੈ। ਕੀ ਹੈ ਇਹ ਹਵਾਲੇ ਚ ਫੜੇ ਜਾਣਗੇ, ਇਹ ਜਾਂ ਡਰੱਗਾਂ ਚ ਫੜੇ ਜਾਣਗੇ, ਇਹਨਾਂ ਦੀ ਉਪਲਬਧੀ ਬਸ ਇੰਨੀ ਹੈ। ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਦਾ ਆ, ਇੱਕ ਹਾਸੇ ਦੀ ਗੱਲ ਦੱਸਦਾ ਮੈਂ। ਕਿਹੜਾ ਨਿਊ ਜਰਸੀ ਦਾ ਸਾਡੇ ਇੱਥੇ ਮੇਅਰ ਸੀਗਾ, ਉਹ ਨਾ ਵਿਚਾਰਾ ਸਿੱਖ ਬਣ ਗਿਆ, ਤੇ ਉਹਨੂੰ ਸਾਰੇ ਗੁਜਰਾਤੀਆਂ ਨੇ ਕੀ ਸਾਰੇ ਇੰਡੀਅਨ ਜਿਹੜੇ ਜਿੰਨੇ ਵੀ, ਨਿਊ ਜਰਸੀ ਨੂੰ ਕਿਹਾ ਜਾਂਦਾ ਵਾ ਸਟੇਟ ਬਿਲੋਂਗਸ ਟੂ ਇੰਡੀਆ, ਮਤਲਬ ਨਿਊ ਜਰਸੀ ਪੂਰੀ ਸਟੇਟ ਦਾ ਗਵਰਨਰ ਹੁੰਦਾ ਆ। ਛੋਟੇ ਜਿਹੇ ਏਰੀਏ ਦਾ ਇੱਕ ਮੇਅਰ ਬਣਿਆ ਸੀ ਉਹ ਸਿਟੀ ਦਾ, ਨਿਊ ਜਰਸੀ ਸਿਟੀ ਦਾ। ਵਧੀਆ ਜਗ੍ਹਾ, ਬਹੁਤ ਨਿਊਯਾਰਕ ਸਿਟੀ ਦੇ ਨਾਲ ਲੱਗਦੀ ਬਿਲਕੁਲ ਜਗ੍ਹਾ ਉਹ, ਤੇ ਨਿਊ ਜਰਸੀ ਚ ਬਹੁਤ ਇੰਡੀਅਨਸ ਆ, ਤੇ ਜਿੰਨੇ ਵੀ ਇੰਡੀਅਨਸ ਆ ਸਾਰਿਆਂ ਨੇ ਸਪੋਰਟ ਕੀਤੀ ਸੀਗੀ ਉਸ ਬੰਦੇ ਨੂੰ, ਬੜਾ ਜਿੱਤਿਆ। ਤੇ ਇਹਨਾਂ ਨੇ ਉਹਦਾ ਨਾ ਵਿਰੋਧ ਕੀਤਾ ਸੀਗਾ, ਬੁਰੀ ਤਰ੍ਹਾਂ ਵਿਰੋਧ ਕੀਤਾ ਸੀ ਉਹਨੂੰ ਜਿੱਤਾਂ, ਕਿਉਂਕਿ ਬੰਦਾ ਬਹੁਤ ਪ੍ਰੋ ਇੰਡੀਅਨ ਆ, ਉਹ ਪ੍ਰੋ ਇੰਡੀਅਨ ਆ, ਤੇ ਪਾਪਾ ਵਾ ਉਹ, ਮਤਲਬ ਖੱਤਰੀ ਸਿੱਖ ਆ ਉਹ, ਵਿਚਾਰਾ ਵਧੀਆ ਬੰਦਾ ਸੀ ਉਹ। ਤੇ ਉਹਨੇ ਜਿੱਤੇ, ਇਹਨਾਂ ਨੇ ਜਿੱਦਾਂ ਹੀ ਉਹ ਜਿੱਤ ਗਿਆ, ਤੇ ਇਹਨਾਂ ਨੇ ਮੁਕਰੇ ਬਾਰੇ ਸਭ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਲੋ ਜੀ ਸਿੱਖਾਂ ਦੀ ਇੱਕ ਹੋਰ ਵੱਡੀ ਜਿੱਤ, ਤੇ ਨਿਊ ਜਰਸੀ ਦਾ ਮੇਅਰ ਬਣ ਗਿਆ ਸਿੱਖ, ਨਿਊ ਜਰਸੀ ਦਾ ਮੇਅਰ ਬਣ ਗਿਆ ਸਿੱਖ। ਤੇ ਉਹ ਭਰਾਵਾ ਜਿੱਤੇ ਇੱਕ ਨਵੀਂ ਨੋਟੀਫਿਕੇਸ਼ਨ ਹੋਣੀ ਆਈ ਆ, ਜਿਹੜੇ ਕਿਸਾਨ ਆਪਣੇ ਆਪ ਨੂੰ ਕਹਿੰਦੇ ਆ, ਜਿਹੜੇ ਬੈਠੇ ਆ ਬਾਰਡਰਾਂ ਤੇ, ਉਹ ਕਹਿੰਦੇ ਅਸੀਂ ਨੀ ਦੁਸ਼ਹਿਰੇ ਵਾਲੇ ਦਿਨ ਮੋਦੀ ਦੇ ਪੁਤਲੇ ਫੂਕਣੇ ਆ। ਪ੍ਰੈਸ ਕਾਨਫਰੰਸ ਚੱਲਦੀ ਪਈ ਆ, ਕਹਿੰਦੇ ਅਸੀਂ ਨਹੀਂ ਫੂਕਣੇ। ਨਹੀਂ ਕਹਿੰਦੇ ਨਹੀਂ ਉਹ ਫੂਕੋ ਭਰਾਵਾ, ਫੂਕੋ ਮਜ਼ੇ ਨਾਲ ਫੂਕੋ, ਹੋਰ ਕੁਝ ਕਰੋ, ਜੋ ਕੁਝ ਕਰ ਸਕਦੇ ਕਰੋ, ਕਹਿੰਦੇ ਨਹੀਂ ਗੰਦ ਪਾਓ ਜਿੰਨਾ ਪਾਣਾ ਵਾ ਤੁਸੀਂ, ਗੰਦ ਚ ਹੀ ਕਮਲ ਖਿਲਦਾ ਆ। ਇਹਨਾਂ ਨੂੰ ਜਾ ਕੇ ਪੁੱਛੋ ਤੁਹਾਨੂੰ ਇਹ ਅਕਲ ਕੌਣ ਦੇਈ ਜਾਂਦਾ? ਟਾਰਗੇਟ ਹੋਰ ਲਾਪੇ ਸੀਗੇ ਭਿੰਡਰਾਂ ਵਾਲੇ ਦੀ, ਅਸੀਂ ਫੋਟੋ ਲਾ ਕੇ ਫੂਕਣਾ, ਗੱਲ ਇਹ ਸੀ। ਬਿਲਕੁਲ ਪਤਾ ਸੀ ਭਾਜੀ ਇਹਨਾਂ ਨੂੰ ਕਿ ਹੁਣ ਮਤਲਬ ਰਿਸਪੌਂਸ ਗੰਦਾ ਮਿਲਦਾ ਪਿਆ ਸਾਨੂੰ। ਹੁਣ ਜਿਵੇਂ ਦੇਖੋ ਕਦੀ ਭਾਜੀ ਆਪਾਂ ਲੋਕਾਂ ਨੇ ਸੋਚਿਆ ਸੀ ਕਿ ਆਪਾਂ ਏਦਾਂ ਦਾ ਰੂਮ ਬਣਾਵਾਂਗੇ, ਇਹ ਰਿਐਕਸ਼ਨ ਰੂਮ ਹੀ ਆ, ਇਹ ਸਾਡੇ ਉਹ ਨਹੀਂ ਹੈਗਾ ਕਿ ਅਸੀਂ ਸ਼ੁਰੂਆਤ ਏਦਾਂ ਦੀ ਕੀਤੀ ਹੈ, ਰਿਐਕਸ਼ਨ ਰੂਮ ਹੀ ਆ। ਸਾਡੇ ਵੱਲੋਂ ਜਿੰਨੇ ਵੀ ਰੂਮ ਬਣਾਏ ਜਾਂਦੇ ਆ, ਇਹ 99% ਰਿਐਕਸ਼ਨ ਚ ਹੀ ਹੁੰਦੇ ਆ। ਅਸੀਂ ਕਦੀ ਵੀ ਦੇਖੋ ਜੀ, ਅਸੀਂ ਤੁਹਾਨੂੰ ਨਹੀਂ ਕਦੀ ਕੁਝ ਕਿਹਾ ਸੀਗਾ, ਤੁਸੀਂ ਸਾਨੂੰ ਨਾ ਕੁਝ ਕਹੋ, ਆਪਣਾ ਜੀਓ ਤੇ ਜੀਣ ਦਿਓ, ਠੀਕ ਹੈ ਜੀ। ਸਾਡੀ ਤਾਂ ਫਿਲਾਸਫੀ ਇਹ ਸੀਗੀ, ਬਟ ਜੇ ਤੁਸੀਂ ਸਾਡੇ ਘਰਾਂ ਦੇ ਵਿੱਚ ਹੀ ਵੜ ਜੂਗੇ, ਸਾਡੇ ਦੇਵੀ ਦੇਵਤਿਆਂ ਨੂੰ, ਸਾਡੇ ਅਵਤਾਰਾਂ ਨੂੰ, ਸਾਰਿਆਂ ਨੂੰ ਪੁੱਠਾ ਬੋਲੂਗੇ, ਸਾਰਾ ਕੁਝ ਕਰੋਗੇ, ਦੇਖੋ ਜੀ ਭੱਜਦਿਆਂ ਨੂੰ ਵਾਹਨ ਤਾਂ ਫਿੱਕੋ ਜਿਹੇ ਹੁੰਦੇ ਆ। ਜਿਹੜੇ ਵਾਹਨਾਂ ਚ ਅਸੀਂ ਭੱਜਾਂਗੇ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਇਸ ਗੱਲ ਦਾ ਯਾਦ ਰੱਖਿਓ। ਜਿੰਨਾ ਗੰਦ ਬੋਲੂਗੇ ਉਸ ਤੋਂ 10 ਗੁਣਾ ਜ਼ਿਆਦਾ ਗੰਦ ਬੋਲਾਂਗੇ।
ਆਪਣਾ ਸੋਚ ਕੇ ਚੱਲਿਓ। ਆਜੋ ਜਿੱਥੇ ਜਿਹੜੇ ਮੈਦਾਨ ਚ ਕਹੋਗੇ ਉੱਥੇ ਮਿਲਾਂਗੇ ਤੁਹਾਨੂੰ। ਜਿੰਨਾ ਗੰਦ ਕਹੋਗੇ ਉਸ ਤੋਂ ਵੱਧ ਗੰਦ ਪਾਵਾਂਗੇ। ਤੁਸੀਂ ਫੂਕੋ ਸਾਡੇ ਸ਼੍ਰੀ ਰਾਮ ਚੰਦਰ ਜੀ ਦਾ ਪੁਤਲਾ, ਕੋਈ ਨਹੀਂ, ਸਾਨੂੰ ਅਸ ਤਾਂ ਦਿਲ ਤੇ ਪੱਥਰ ਰੱਖ ਲਾਂਗੇ। ਦੁੱਖ ਲੱਗਦਾ ਕਾਕਾ, ਬਹੁਤ ਦੁੱਖ ਲੱਗਦਾ ਆ, ਬਟ ਟਾਈਮ ਆਊਗਾ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਵਾਂਗੇ। ਪਿੰਡੀ ਦੀ ਵੀ ਭੈਣ ਭਜਾਵਾਂਗੇ ਅਸੀਂ। ਹਾਂਜੀ, ਪਿੰਡੀ ਦੀ ਵੀ ਭੈਣ ਕੱਢਾਂਗੇ ਫਿਰ ਅਸੀਂ। ਉਹ ਤਾਂ ਚੱਲ ਭਾਜੀ ਆਪਾਂ ਕੰਪੈਰੀਜ਼ਨ ਹੀ ਨਹੀਂ ਹੈ ਸਾਡੇ ਸ਼੍ਰੀ ਰਾਮ ਚੰਦਰ ਜੀ ਨਾਲ। ਉਹ ਟਕੇ ਦੇ, ਉਹ ਭਿੰਡੀ ਦਾ ਤਾਂ ਕੋਈ ਕੰਪੀਟੀਸ਼ਨ ਹੀ ਹੈ ਨਹੀਂਗਾ। ਤੇ ਲਵਾਂਗੇ ਭਾਜੀ ਇਸ ਚੀਜ਼ ਦਾ ਬਦਲਾ। ਨੇ ਤਾਂ ਉਹਨਾਂ ਨੂੰ ਜਵਾਬ ਦਿੱਤਾ ਜਾਊਗਾ। ਗੱਲ ਤਾਂ ਸੁਣ ਲਓ, ਜਿਹਦੀ ਪਹਿਲਾਂ ਹੀ ਨਿਕਲੀ ਵੀ ਉਹਦੀ ਹੋਰ ਕੀ ਕੱਢਣੀ ਆ ਯਾਰ। ਬਸ ਇੱਕ ਸਿਆਣਿਆਂ ਬਣ ਜਾਓ, ਬੰਦਿਆਂ ਵਾਂਗੂ ਆਪਣੀ ਜ਼ਿੰਦਗੀ ਜੀਓ, ਆਪਣੇ ਫਿਊਚਰ ਤੇ ਕੰਸਨਟਰੇਟ ਕਰੋ, ਆਪਣਾ ਕੰਮ ਕੁਮ ਕਰੋ, ਮਿਹਨਤ ਕਰੋ। ਬੰਦ ਕਰ ਦੋ ਆ ਸਾਰੀਆਂ ਗੱਲਾਂ ਬਾਤਾਂ। ਗਲਤ ਬੋਲੂਗੇ ਤਾਂ ਬਹੁਤ ਗਲਤ ਬੋਲਾਂਗੇ। ਸਾਡਾ ਦਿਲ ਨਹੀਂ ਕਰਦਾ, ਸਾਡੇ ਸੰਸਕਾਰ ਹੀ ਨਹੀਂ ਹੈਗੇ ਕਿ ਕਿਸੇ ਦੇ ਘਰਦਿਆਂ ਬਾਰੇ ਜਾਂ ਕਿਸੇ ਨੂੰ ਏਦਾਂ ਦੀ ਗੱਲਾਂ ਕਰਨੀਆਂ। ਆਪਣੇ ਘਰਦਿਆਂ ਨੂੰ ਵੀ ਸਮਝਾਓ ਕਿ ਤੁਹਾਨੂੰ ਏਦਾਂ ਸੰਸਕਾਰ ਦੇਣੇ ਬੰਦ ਕਰਨ। ਤੁਸੀਂ ਪੜ੍ਹੇ ਲਿਖੇ ਆ, ਚੱਜ ਨਾਲ ਆਪਣੀ ਜ਼ਿੰਦਗੀ ਜੀਓ, ਆਪਣੇ ਕੰਸਨਟਰੇਟ ਕਰੋ, ਆਪਣੇ ਸਾਇੰਟਿਸਟ ਬਣੋ, ਆਪਣੇ ਵਿੱਚੋਂ ਕੁਝ ਵਧੀਆ ਉਹ ਕੱਢੋ। ਅੱਜ ਤੱਕ ਇੱਕ ਵੀ ਸਾਇੰਟਿਸਟ ਦੱਸੋ ਮੈਨੂੰ ਖਾਲਿਸਤਾਨੀ ਕਿਹੜਾ ਆ? ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ ਤੁਸੀਂ, ਖਾਲਿਸਤਾਨ ਚਲਾਉਂਗੇ ਕਿੱਦਾਂ? ਕਦੀ ਸੋਚਿਆ ਤੁਸੀਂ ਇਸ ਚੀਜ਼ ਨੂੰ? ਖਾਲਿਸਤਾਨ ਨੂੰ ਰਨ ਕੌਣ ਕਰੂਗਾ? ਤੁਹਾਡੇ ਕੋਲ ਨਾ ਸਮੁੰਦਰ, ਨਾ ਤੁਹਾਡੇ ਕੋਲ ਸਾਇੰਟਿਸਟ, ਨਾ ਕੁਛ। ਕਿੱਦਾਂ ਹੋਊਗਾ ਤੁਹਾਡਾ? बोलो बोलो भाजी, कोई और बोलो। पंडित जी यार बबलू भाई, इतना गन तो मैंने कसम से जिहादियों के मुंह से नहीं सुना है जितना मैंने इन खालिस्तानियों के मुंह से सुन लिया यहाँ पे। गैरत है थोड़ी बहुत कहीं ना कहीं से, हालांकि वो अच्छे लोग तो नहीं है, सबको पता है, उनको पता है। आप देखा होगा आपने 2012-13 के टाइम पे ना इन लोगों ने, ये कटुए ने हमारे हिंदू देवी देवताओं के बारे में गलत बोलना शुरू कर दिया था, मजाक करते थे। और जैसे ही हम लोगों ने अपना मोहम्मद के ऊपर पहुंचे तो उन लोगों ने एकदम से चुप कर गए, बोलना बंद कर दिया, क्योंकि उनको पता है कि भाई हमसे नहीं सुनोगा, हम नहीं सुन सकते, इसलिए मत बोलो। वो अपना सुनना नहीं है उनको, वो बोलना बंद कर देंगे। ये लोग क्या करेंगे, इनको बोलना है, इनको ये खुद चाहते हैं कि हम लोग बोले गलत। ये तो खुद चाहते हैं, हम फिर भी नहीं गलत बोलेंगे। ये तो खुद चाहते हैं, इनके दिल की आवाज है कि हम लोग गलत बोले इन्हें, ताकि ये दूसरे लोगों को दिखाएं कि ये देखो जी, और इनकी खालिस्तान की मूवमेंट तेज हो सके। जितनी गुरुद्वारों में बेअदबी होती है ये खुद करते हैं। आज तक के लिए टिल नाउ एक भी हिंदू मुझे दिखा दिया जाए जिसने अभी तक किसी भी गुरु ग्रंथ साहब जी की बेअदबी की है? हम लोग नहीं करते भाई, हम लोग दिल से अपना मानते हैं, उनको रिस्पेक्ट करते हैं। हम क्यों करेंगे भाई? ਮੇਰੀ ਨਾ ਬਬਲੂ ਵੀਰੇ, ਮੇਰੀ ਨਾ ਇੱਕ ਬੰਦੇ ਨਾਲ ਹੋ ਗਈ ਕਰਾਂ, ਤੇ ਕਹਿੰਦਾ ਜੀ ਖਾਲਿਸਤਾਨ ਲੈਣਾ, ਖਾਲਿਸਤਾਨ ਲੈਣਾ। ਮੈਂ ਕਿਹਾ ਲੈ ਲਓ ਭਾਈ, ਲਵੋਗੇ ਕਿਵੇਂ? ਮੈਂ ਪਹਿਲੀ ਗੱਲ, ਸੈਂਟਰ ਨੇ ਮੰਨਣਾ ਨਹੀਂ ਗਾ, ਭਾਵੇਂ ਕੋਈ ਮਰਜ਼ੀ ਹੋਵੇ, ਭਾਵੇਂ ਬੀਜੇਪੀ ਹੋਵੇ, ਭਾਵੇਂ ਕਾਂਗਰਸ ਹੋਵੇ, ਠੀਕ ਹੈ। ਉਸ ਤੋਂ ਬਾਅਦ ਮੈਂ ਕਿਹਾ ਜੇ ਆਮ ਲੋਕਾਂ ਨੇ ਨਹੀਂ ਮੰਨਣਾ ਗਾ, ਦੰਗੇ ਭੜਕਣਗੇ। ਮੈਂ ਦੰਗੇ ਭੜਕੇ ਤਾਂ ਚਲੋ ਭਾਈ ਮੰਨ ਲਿਆ ਵੀ 1% ਵਾਸਤੇ ਮੰਨ ਲਿਆ ਵੀ ਤੁਸੀਂ ਬਹਾਦਰ ਕੌਮ ਹੈ, ਹਿੰਦੂਆਂ ਦੇ ਨਾਲ ਲੜੋਗੇ ਕਰੋਗੇ। ਮੈਂ 40-45% ਹਿੰਦੂ ਨੇ, ਠੀਕ ਹੈ, ਤੇ ਤੁਹਾਡੇ ਵੀ ਮੈਂ ਪੰਜਾਬ ਦੇ ਚ ਸਾਰੇ ਨਹੀਂ ਮੰਗਦੇ ਗੇ ਖਾਲਿਸਤਾਨ, ਅੱਧੇ ਪਚੱਧੇ ਹੀ ਮੰਗਦੇ ਨੇ। ਮੈਂ ਚਲੋ ਸਾਰੇ ਮੰਗਣ ਲੱਗ ਗਏ, 60% ਤੁਸੀਂ ਹੋ, ਅਸੀਂ 40% ਆ, ਠੀਕ ਹੈ। ਜੇ ਅਸੀਂ 40% ਖਤਮ ਵੀ ਹੋਵਾਂਗੇ ਤਾਂ ਘੱਟੋ ਘੱਟ 30% ਤਾਂ ਤੁਹਾਡੇ ਮਾਰਾਂਗੇ, ਪਿੱਛੇ ਰਹਿ ਗਏ 30%। 30% ਤਾਂ ਤੁਹਾਨੂੰ ਦੂਜੇ ਮੁਲਕ ਕੀ ਬਾਹਰ ਵਾਲੇ ਕੀ ਲਈ ਬੈਠੇ ਨੇ ਜਾਂ ਪਾਕਿਸਤਾਨ ਵਾਲੇ ਕੀ ਲਈ ਬੈਠੇ ਨੇ। ਫਿਰ ਤੁਸੀਂ ਆਪਦਾ ਪੈਟਰੋਲ ਕਿੱਥੋਂ ਲਓਗੇ? ਤੁਸੀਂ ਆਪਦੇ ਗੈਸ ਵਗੈਰਾ ਕਿੱਥੋਂ ਲਓਗੇ? ਕਰੰਸੀ ਛਾਪਣ ਵਾਸਤੇ ਤੁਹਾਨੂੰ ਗੋਲਡ ਦੀ ਲੋੜ ਪੈਣੀ ਹੈ, ਉਹ ਕਿੱਥੋਂ ਤੁਹਾਡਾ ਹੋਊਗਾ? ਤੁਸੀਂ ਟਰੇਡ ਕਿਹਦੇ ਨਾਲ ਕਰੋਗੇ? ਕਿਹੜੇ ਰਸਤੇ ਟਰੇਡ ਕਰੋਗੇ? ਜਦੋਂ ਇਹੋ ਜਿਹੀਆਂ ਗੱਲਾਂ ਪੁੱਛੀਆਂ, ਮੈਂ ਫਿਰ ਮੇਨ ਤਾਂ ਗੱਲ ਇਹ ਦੱਸ ਦਿਓ ਜੀ, ਖਾਲਿਸਤਾਨ ਵਾਲਾ ਪ੍ਰਧਾਨ ਮੰਤਰੀ ਕਿਹਨੂੰ ਬਣਾਓਗੇ, ਮੰਤਰੀ ਕਿਹਨੂੰ ਬਣਾਓਗੇ, ਕੀ ਤੁਹਾਡੀ ਪਾਲਿਸੀ ਹੋਊਗੀ? ਅੱਜ ਤਾਂ ਨਨਕਾਣੇ ਸਾਹਿਬ ਵਾਸਤੇ ਰੋਂਦੇ ਹੋ, ਕਰਕੇ ਭੜ ਕੇ ਉਹਨੂੰ ਤੁਸੀਂ ਪਟਨਾ ਸਾਹਿਬ ਵਾਸਤੇ, ਹਜ਼ੂਰ ਸਾਹਿਬ ਵਾਸਤੇ, ਪਾਉਂਟਾ ਸਾਹਿਬ ਵਾਸਤੇ, ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਰੋਵੋਗੇ, ਪਿੱਟੋਗੇ। ਜੇ ਇੰਨੀ ਦੁਰਦਸ਼ਾ ਹੋ ਕੇ ਇੱਥੋਂ ਹਿੰਦੂ ਮਾਰੇ ਜਾਣਗੇ ਤਾਂ ਤੁਹਾਨੂੰ ਕੋਈ ਉਧਰ ਪੈਰ ਰੱਖਣ ਦੇਊਗਾ? ਜਾਂ ਤੁਹਾਡੇ ਜਿਹੜੇ ਦੂਜੇ ਬਾਹਰ ਵੱਸਦੇ ਨੇ, ਜਿਹੜੇ ਸਿੱਖ ਵੱਸਦੇ ਨੇ, ਉਹਨਾਂ ਨੂੰ ਕੋਈ ਜਿਉਣ ਦੇਊਗਾ? ਜਾਂ ਉੱਥੇ ਤੁਹਾਡੇ ਗੁਰਦੁਆਰੇ ਰਹਿਣ ਦੇਣਗੇ ਜਦੋਂ ਇੱਥੇ 40% ਹਿੰਦੂ ਤੁਸੀਂ ਖਤਮ ਕਰਤੇ? ਜਦੋਂ ਇੰਨੀਆਂ ਗੱਲਾਂ ਉਹਨੂੰ ਪੁੱਛੀਆਂ, ਇੱਕ ਗੱਲ ਦਾ ਉਹਨੂੰ ਜਵਾਬ ਨਹੀਂ ਆਏਗਾ। ਉਦੋਂ ਮੁੜ ਕੇ ਕਹਿੰਦਾ ਭਰਾਵਾ ਰਹਿਣ ਦੇ, ਸਾਨੂੰ ਤਾਂ ਲੋੜ ਹੀ ਨਹੀਂ ਖਾਲਿਸਤਾਨ ਦੀ। ਇਹਨਾਂ ਬੰਦਿਆਂ ਕੋਲ ਜਿਹੜੇ ਬੈਠੇ ਨੇ ਥੱਲੇ ਚੌਲ, ਇਹਨਾਂ ਨੂੰ ਪੁੱਛੇ ਵੀ ਤੁਹਾਡੇ ਕੋਲ ਹੈ ਇਹਨਾਂ ਗੱਲਾਂ ਦੇ ਜਵਾਬ? ਤੁਸੀਂ ਦੇ ਸਕਦੇ ਹੋ? ਕੀ ਕਰੋਗੇ ਖਾਲਿਸਤਾਨ ਬਣਾ ਕੇ? ਸਾਰੀ ਇੰਡਸਟਰੀ ਪਹਿਲਾਂ ਚਲੀ ਗਈ, ਉਦੋਂ ਮੁੜ ਕੇ ਕੋਈ ਇੰਡਸਟਰੀ ਨਹੀਂ ਹੈਗੀ। ਜਿਹੜੇ ਥੋੜੀ ਬਹੁਤੀ ਹਿੰਦੂਆਂ ਦੀ ਇੰਡਸਟਰੀ ਹੈਗੀ ਹੈ ਉਹ ਵੀ ਖਤਮ ਹੋ ਜਾਣੀ ਹੈਗੀ ਹੈ। ਕੱਲੇ ਝੋਨੇ ਦੇ ਸਿਰ ਤੇ ਪਾਕਿਸਤਾਨ ਖਾਲਿਸਤਾਨ ਚਲਾ ਲਓਗੇ। ਨਹੀਂ ਫਿਰ ਇਹ ਅੰਬਾਨੀ ਨੂੰ ਕਹਿਣਗੇ ਨਾ ਟਾਵਰ ਇੱਥੇ ਛੱਡ ਜਾ, ਅਸੀਂ ਤੈਨੂੰ ਕਿਰਾਇਆ ਦਿਆ ਕਰਾਂਗੇ
ਤੇ ਸਾਨੂੰ ਨੈਟ ਤੇ ਭੇਜ ਆ ਭਰਾਵਾ, ਕਿਉਂਕਿ ਕੰਪਨੀਆਂ ਤੇ ਇਹਨਾਂ ਕੋਲ ਵੀ ਕੋਈ ਨਹੀਂ ਹੈਗੀਆਂ ਕਿ ਇਹਨਾਂ ਦਾ ਕੋਈ ਵੀ ਨਹੀਂ ਉਹਨੇ ਕਹਿਤਾ ਵੀ ਠੀਕ ਹੈ ਮੈਂ ਟਾਵਰ ਛੱਡ ਦੇਣਾ, ਤੁਸੀਂ ਇਹਦੀ ਭੈਣ ਛੱਡ ਜਾਓ। ਉਹਨੇ ਕੀ ਕਰਨੀ ਇਹਨਾਂ ਦੀ ਭੈਣ, ਉਹ ਭੈਣਾਂ ਇਹਨਾਂ ਹਸਤੀ ਆ ਇਹਨਾਂ ਦੀ ਆ, ਉਹ ਦੱਸਦੇ ਰਹੇ ਅਸੀਂ ਕਿਸੇ ਨੂੰ ਦੇਣੀਆਂ ਨੀ, ਅਸੀਂ ਆਪ ਹੀ ਰੱਖਣੀਆਂ ਘਰ ਚ। ਮੇਰੀ ਡੀਪੀ ਦੇਖੋ। ਬਿਲਕੁਲ ਜੀ ਬਿਲकुल। ਮੈਂ ਨਾ ਕੱਲ ਫਸਟ ਟਾਈਮ, ਵੈਸੇ ਹੈ ਤੇ ਸ਼ਰਮ वाली ਗੱਲ ही है, बट कल फर्स्ट टाइम एक चीज मैं बोलना चाहता हूँ संजू भाई 3 मोड काफी है यार, 3-4 मोड आप बने हो बहुत है। मैं नीचे जाता हूँ, मेरे को ऊपर बुला लो, मोड मत देना। नहीं मुझे रिमूव कर दो आई थिंक, ताकि आप लोग स्मूथली चला सकते हो। मैं नहीं आप मैम बैठो ना, कोई चक्कर नहीं है, आप बैठो प्लीज। ठीक है मोड हैगे ने। संजू भाई नीचे आ गए, पंडित जी नीचे आ गए क्या? कर दी बैठ आया, मैं गुरी हूँ यहाँ पे, हम मैनेज करेंगे। कोई नहीं हैगे ठीक है तुसी करो। हाँ थैंक यू ठीक किया आपने मुझे मॉड से हटाया। ਉਹ ਵੀ ਡਿਵਾਈਨ ਮੈਨ ਨੂੰ ਅੱਜ ਪੂਰੀਆਂ ਜ਼ਿਆਦਾ ਖਾਲੀਆਂ, ਇਹਨਾਂ ਤੋਂ ਗੱਲ ਬਹੁਤ ਘੱਟ ਹੀ ਹੁੰਦੀ ਹੈ। नहीं वो बात नहीं है, मैं इस टाइम पे बोल नहीं पाऊंगी ना ज्यादा, तो आप बेटर है कि आप। बाबा जी एक करण चला गया वापस। मैं एक गल ही कह रहा हैगा सलोनी दी डीपी देख के कि कल मैनू फर्स्ट टाइम जिदा ये चीज पता लगी कि देयर आर सो मैनी गर्ल्स 16 साल ਦੀਆਂ ਕੁੜੀਆਂ ਸੀ ਜਦੋਂ ਸਾਡਾ ਆਜ਼ਾਦੀ ਦਾ ਸੰਘਰਸ਼ ਚੱਲਦਾ ਸੀਗਾ। ਉਹਨਾਂ ਨੇ ਜਿੱਦਾਂ ਆਪਣੇ ਉਹ ਬੰਗਾਲ ਦੇ ਵਿੱਚ ਜਿਹੜਾ ਰਾਈਟਰਸ ਹਾਊਸ ਸੀਗਾ ਉੱਥੇ ਜਾ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਜਿਹੜੇ ਬੰਦੇ ਉਹਨਾਂ ਦਾ ਧੱਕਾ ਕਰਦੇ ਸੀਗੇ। ਮਤਲਬ ਉਹ ਵੀ ਆਪਣੇ ਫਰੀडम ਫਾਈਟਰ ਹੈ ਜਿਨ੍ਹਾਂ ਦਾ ਅਸੀਂ ਨਾਮ ਹੀ ਨਹੀਂ ਜਾਣਦੇ, ਔਰ ਇਹੋ ਜਿਹੀਆਂ ਬਹੁਤ ਨੇ ਜਿਨ੍ਹਾਂ ਬਾਰੇ ਸਾਨੂੰ ਕਦੀ ਪਤਾ ਹੀ ਨਹੀਂ ਲੱਗਿਆ। ਸਾਡੇ ਤਾਂ 2 ਹੀ ਛੱਡੇ ਸਾਡੇ ਜੋਗੇ, ਤੇ ਉਹ ਵੀ ਚੀਜ਼ ਨੂੰ ਆਪਾਂ ਨੂੰ ਹੁਣ ਅੱਗੇ ਲਿਆਉਣ ਦੀ ਲੋੜ ਹੈ ਕਿ ਸਾਡੇ ਇਕੱਲੇ ਮੁੰਡਿਆਂ ਨੇ ਨਹੀਂ, ਜਿਹੜੇ ਆਪਾਂ ਯੰਗ ਮੁੰਡੇ ਸੀਗੇ, ਚਾਹੇ ਭਗਤ ਸਿੰਘ ਰਾਜਗੁਰੂ ਹੋ ਗਏ ਜਾਂ ਕਰਤਾਰ ਸਿੰਘ ਸਰਾਭਾ, ਕੁੜੀਆਂ ਵੀ ਨਾਲ ਹੀ ਸੀਗੀਆਂ, ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਵੀ ਉਨੀ ਕੁਰਬਾਨੀ ਦਿੱਤੀ ਹੈ ਇਸ ਦੇਸ਼ ਲਈ ਜਿਹਨੂੰ ਅਸੀਂ ਅੱਜ ਰੈਕਗਨਾਈਜ਼ ਨਹੀਂ ਕਰਦੇ। ਤੇ ਅਰੁਣ ਜੀ ਇੱਕ ਹੋਰ ਗੱਲ ਹੈ ਨਾ, ਆਪਣੇ ਸਨਾਤਨ ਧਰਮ ਦੇ ਵਿੱਚ ਵਿਮਨ ਦੀ ਹਮੇਸ਼ਾ ਰਿਸਪੈਕਟ ਰਹੀ ਹੈ, ਬਹੁਤ ਜ਼ਿਆਦਾ ਅਪਲਿਫਟਡ ਰਹੀਆਂ ਨੇ ਵਿਮਨ ਹਮੇਸ਼ਾ। ਬਟ ਇਹ ਜਿਹੜੇ ਇਸਲਾਮਿਕ ਜਿਹੜਾ ਇਨਵੇਜ਼ਨ ਹੋਇਆ ਤੇ ਬ੍ਰਿਟਿਸ਼ਰਸ ਦੇ ਆਉਣ ਤੋਂ ਬਾਅਦ ਹਿਸਟਰੀ ਨੂੰ ਪੂਰਾ ਚੇਂਜ ਕਰ ਦਿੱਤਾ ਗਿਆ। ਇਟ ਵਾਜ਼ ਸ਼ੋਨ ਕਿ ਵਿਮਨ ਵਰ ਵੀਕਰ, ਬਟ ਨਹੀਂ ਜੇ ਆਪਾਂ ਦੇਖੀਏ ਨਾ ਜਿਹੜੀ ਹੜੱਪਨ ਸਿਵਲਾਈਜੇਸ਼ਨ ਜਾਂ ਜਿਹੜੀ ਵੀ ਆਰਕੀਓਲੋਜੀਕਲ ਜਿਹੜੇ ਸਰਵੇਜ਼ ਹੁੰਦੇ ਆ, ਜਿਹੜੇ ਉਹ ਇਵੈਕੂਏਸ਼ਨ ਜਿਹੜੇ ਉਹ ਕੱਢਦੇ ਆ ਹੈ ਨਾ, ਐਕਸਟ੍ਰੈਕਸ਼ਨਸ ਉਹਨਾਂ ਨੂੰ ਮਿਲਦੇ ਆ, ਉਹਦੇ ਵਿੱਚ ਵੀ ਆਉਂਦਾ ਆ ਕਿ ਵਿਮਨ ਵਰ ਵਾਰੀਅਰ ਸਿੰਸ ਸੋ ਮੈਨੀ ਏਜਸ, ਸਿੰਸ ਸੋ ਮੈਨੀ ਮਤਲਬ ਯੁਗਾਸ। ਜਿਹੜੀ ਵਿਮਨ ਸੀਗੀ ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਸੀਗੀ, ਦੇ ਵਰ ਸੋ ਮਚ ਬਰੇਵ, ਐਂਡ ਹਮੇਸ਼ਾ ਮੁੰਡਿਆਂ ਨਾਲ ਉਹ ਹਮੇਸ਼ਾ ਕੰਧੇ ਦੇ ਨਾਲ ਕੰਧਾ ਮਿਲਾ ਕੇ ਚੱਲਦੀ ਸੀ। ਬਟ ਜੇ ਆਪਾਂ ਇਸਲਾਮ ਦੀ ਗੱਲ ਕਰੀਏ, ਉਹਨਾਂ ਦੇ ਤਾਂ ਬੁੱਕ 'ਚ ਕੁਰਾਨ 'ਚ ਸਾਫ਼ ਲਿਖਿਆ ਹੋਇਆ ਹੈ ਕਿ ਕੋਈ ਵੀ ਦੇਸ਼ ਜਿੱਥੇ ਵਿਮਨ ਰੂਲ ਕਰੇਗੀ ਜਾਂ ਵੂਮਨ ਜਿਹੜੀ ਹੋਏਗੀ ਉਹ ਲੀਡਰ ਹੋਏਗੀ, ਉਹ ਦੇਸ਼ ਤਬਾਹੀ ਦੇ ਵੱਲ ਜਾਏਗਾ। ਇਹ ਕੁਰਾਨ ਕਹਿੰਦੀ ਉਹਨਾਂ ਦੀ, ਤਾਂ ਹੀ ਤਾਂ ਉਹ ਵਿਮਨ ਨੂੰ ਸਪਰੈਸ ਕਰਦੇ ਹਮੇਸ਼ਾ। ਬਿਲਕੁਲ ਜੀ ਬਿਲਕੁਲ। ਆਪਣੇ ਨਾ ਉਹ ਕੀ ਇਹ ਤਾਂ ਯੁੱਧ ਭੂਮੀ ਦੇ ਜਿਵੇਂ ਉਹ ਲਾਈ ਹੋਈ ਹੈ, ਤੁਸੀਂ ਵੇਖੋ ਯੁੱਧ ਭੂਮੀ 'ਚ ਵੀ ਰਹੇ ਤਾਂ ਹੋਰ ਦੂਰ ਕਾ ਤੋਂ ਜਾਣਾ। ਆਪਣੇ ਜਿਹੜੇ ਮਹਾਰਾਜਾ ਦਸ਼ਰਥ ਜੀ ਸੀਗੇ, ਕੈਕੇਈ ਮਾਤਾ ਨੂੰ 2 ਵਰਦਾਨ ਇਸੇ ਕਰਕੇ ਦਿੱਤੇ ਸੀ ਕਿਉਂਕਿ ਯੁੱਧ ਭੂਮੀ 'ਚ ਉਹਨਾਂ ਨੇ ਨਾਲ ਹਿੱਸਾ ਲਿਆ ਸੀ, ਤੋਂ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕਰਵਾਈ ਸੀਗੀ ਮਾਤਾ ਕੈਕੇਈ ਨੇ ਦਸ਼ਰਥ ਜੀ ਨੂੰ ਨਾਲ ਮਿਲ ਕੇ। ਤਾਂ ਹੀ ਉਹਨਾਂ ਨੇ ਖੁਸ਼ ਹੋ ਕੇ ਕਿਹਾ ਸੀ ਤੂੰ ਵਰਦਾਨ ਮੰਗ ਲਓ, ਕਹਿੰਦੇ ਮੈਂ ਮੌਕੇ ਤੇ ਜਦੋਂ ਮੇਰਾ ਸਮੇਂ ਆਵੇ ਉਦੋਂ ਮੰਗੂ। ਯੁੱਧ ਕੌਸ਼ਲ ਦਾ ਰਿਹਾ ਆਪਣਾ ਸ਼ੁਰੂ ਤੋਂ ਰਿਹਾ। ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਚਲੋ ਪੁਰਾਣਿਆਂ ਦੇ ਵਿੱਚ ਤਾਂ ਸਾਨੂੰ ਮਿਲਦਾ, ਪਰ ਜਿਹੜੇ ਨਵੇਂ ਇਹਨਾਂ ਨੇ ਸਾਨੂੰ ਦੱਸਣ ਨਹੀਂ ਦਿੱਤੇ, ਜਿਹੜੇ ਤੇ ਰੀਸੈਂਟਲੀ ਆਪਾਂ ਅੱਜ ਤੋਂ 70 ਸਾਲ ਪਹਿਲਾਂ ਦੀਆਂ ਗੱਲਾਂ ਕਰ ਰਹੇ ਹਾਂ, 70-80 ਸਾਲ ਪਹਿਲਾਂ ਦੀਆਂ। ਮੈਂ ਉਸ ਪੁਆਇੰਟ ਆਫ ਵਿਊ ਨਾਲ ਇਹ ਗੱਲ ਕਹਿੰਦਾ ਸੀਗਾ ਕਿ ਇਹਨਾਂ ਨੇ ਸਾਡੇ ਕੋਲੋਂ ਸਾਰਾ ਕੁਛ ਲੁਕੋ ਕੇ ਰੱਖਿਆ ਜਾਂ ਉਹਨੂੰ
ਵੀਰ ਗਾਥਾਵਾਂ ਉਹ ਨਹੀਂ ਸਾਡੇ ਅੱਗੇ ਆਉਣ ਦਿੱਤੀਆਂ। ਇਹ ਵੀ ਇੱਕ ਕਾਰਨ ਵਿੱਚ ਜੋੜ ਲੈਣਾ ਚਾਹੀਦਾ। ਜਿਹੜੇ ਜੇ ਇੰਨੇ ਲਿਬਰਲ ਸੀਗੇ ਇਹ ਨਹਿਰੂ ਹੋਰੀ, ਤੇ ਇਹ ਕਿਉਂ ਨਹੀਂ ਇਹਨਾਂ ਨੇ ਉਸ ਚੀਜ਼ ਨੂੰ ਪ੍ਰਮੋਟ ਕੀਤਾ? ਕਰਦੇ ਉਦੋਂ ਦੇ ਮੂੰਹ 'ਚ ਇਹਨਾਂ ਨੇ ਪਤਾ ਨਹੀਂ ਪਤਾਸੇ ਪਾ ਲਏ ਸੀਗੇ। ਇਹ ਚੀਜ਼ ਹੈ ਕਿਉਂਕਿ ਇਹਨਾਂ ਦਾ ਪੂਰਾ ਜ਼ੋਰ ਇਹੀ ਲੱਗਿਆ ਸੀਗਾ ਕਿ ਸਿਰਫ ਮਹਾਤਮਾ ਗਾਂਧੀ ਹੈ ਤੇ ਬਾਕੀ ਮੈਂ ਆ ਬਾਪੂ ਹੈ ਤੇ ਆ ਚਾਚਾ ਹੈ, ਬਸ ਇੱਥੇ ਤੱਕ ਹੀ। ਸੁਖਵੰਤ ਥੱਲੇ ਉਹਨੇ ਡੀਪੀ ਲਾਈ ਹੋਈ ਆ, ਸੁਣਿਓ ਮਾੜੀ। Usual event in Maharashtra, man married his own daughter, taking advantage of his wife's absence from the house. According to the police, Raju Pawar, a daily wages laborer from the Purunandar, Pune, recently married his 13 years old. 13 years old daughter with the help of other people. Raju's wife was not home. मतलब वो बेसिकली कहना चाह रहे वा कि तुसी ਅਸੀਂ ਇਕੱਲੇ नहीं करते, तुसी भी करते हैं। पहली गल जुए वाला बता रहा है अपने को कि हमको क्या करना है। पहली बात तो मैं इसको ये बता दूं भाई, वो कोई मंद बुद्धि एक आदमी ऐसा होगा, 10 भी हो सकते हैं, 20 भी हो सकता है, मानता हूँ, जिसका दिमागी संतुलन ठीक ना होगा। उसने कोई बेनिफिट के लिए नहीं की, उसने बाहर जाने के लिए नहीं की। ये बहुत अनयूजुअल है। ये यूएसए में मैं रहता हूँ, यूएसए में 16 साल से पहले कुड़ी को 40% 50% लड़कियों का 18 साल से पहले रेप हो जाता है, घर में ही हो जाता है भाई। वो बात अलग है, दिमाग खराब होता है, वो उसकी वजह से है। बबलू, इसको ना मैं बताता हूँ, हम लोग तो पिछले तकरीबन 1999 में पहली बार 1999 से हम लोग देख रहे हैं कैसे ये अपनी बुआओं से शादी करके, कैसे अपनी कजन के साथ शादी करके, कैसे अपनी ताइयों चाचियों के साथ शादियां करके हमने जाते देखे हैं विलेजेस में। ये क्या एक वो लगा के बैठा है छोटी सी इन्फॉर्मेशन। ऐसे केसेस तो ये साइको जो टाइप लोगों के केसेस हैं, ये तो हर कम्युनिटी में पूरे वर्ल्ड में पाए जाते हैं, चाहे वो इंग्लिश लोगों में देख लो, चाहे वो कहीं पे भी आप देख लो। बट ये सारी बहनों के साथ ऐसी बढ़े ना, ये ऐसी बढ़े अपनी बहनों से, उनसे शादियां कर करके बढ़े या इनकी बाकी क्या कारण? ये रीजन ही है बढ़ने का। बिल्कुल ये फॉरेन जाते हैं जी बहनों से शादियां करके, ताई चाची से, बुआ से, ससुर ने अपनी बहू से शादी करके चली गई। ये बहुत सारे केसेस हैं। ये एक केस लेके घूम रहा है, ये भी थोड़ा साइको टाइप ही बंदा है। मैंने देखा एक और भी तो चीज है ना, झूठी बिरयानी खाते हैं तो आइडियोलॉजी तो इस्लामिक ही रहेगी ना। आप टाइटल देखो, सुनो नहीं टाइटल क्या है? टाइटल ये जट हलाला है, ये जट हलाला है, ये जट हलाला। बबलू जी मैंने आपको ना बैक चैनल किया है, और पोरस जी एंड पंडित जी ऑल्सो, मैंने तीनों को किया है मोड्स को। एक बार उसको देखना, ये शायद उसी विचारधारा पे चल रहे हैं। ये जो भारी जो सभ्यता जो उन लोगों की है वेस्टर्न कल्चर पे, उन्हीं पे चल रहे हैं लोग। ये अपने आप को इंडियंस तो कहते भी नहीं है। कहाँ कहते हैं अपने आप को इंडियंस को ही तो गाली देते हैं। अपने आप को ये इंडियन समझते ही नहीं है। और खालिस्तान कौन से पार्ट, और पंजाब कहाँ का पार्ट है? मुझे तो ये नहीं समझ में आता, जो खालिस्तान इतना डिमांड कर रहे हैं, पंजाब कहाँ का पार्ट है? अफ्रीका का पार्ट है क्या पंजाब? बेवकूफ लोग हैं, गधे कहीं अच्छा, बातें देखो इनकी, बड़ी बड़ी बातें कि तुम्हारी बहनें हमने बचाई, तुम्हारी हमने मतलब इतिहास में ये किया। इनकी खुद की बहू बेटियां सुरक्षित नहीं है अफगानिस्तान में, पाकिस्तान में। वहाँ इनका पता नहीं वो कड़ा तलवार पता नहीं। अरविंद जी, मतलब आप कह रहे हैं कि ये मतलब वहाँ की बात नहीं है ब्रदर, ये अपने घर में भी सुरक्षित नहीं है। अब इस चीज को देखो, ये कौन सी जो चीजें चल रही है ना, जैसे इस्लाम में ये चीजें बहुत फॉलो कर रहे हैं, इस्लाम को बहुत अच्छी तरह फॉलो कर रहे हैं अंदर तक, तो इन्होंने ये भी चीज अपना ली है अब। जैसे वो लोग हैं जो जिनमें मतलब रक्षाबंधन का पर्व नहीं है और भाई बहनों की कोई ऐसे कोई मर्यादा नहीं है, तो इन लोगों ने भी अब यही चीज उनके कदमों पे चलने लगे हैं और उन चीजों को फॉलो करने लगे हैं। अंकित को ऊपर उठा लेना भैया। मैं ना एक अपने गुरु भाई एक गल सोचदा हुन्ना कदे कदे भी ਜਿਹੋ ਜਿਹੇ ਕਮੀਨੀਆਂ ਹਰਕਤਾਂ ਕਰਦੇ ਨੇ ਇਹ ਲੋਕ, ਹਨਾ, ਜਿਵੇਂ ਮੰਨ ਲਓ ਦੇਵੀ ਦੇਵਤਿਆਂ ਨੂੰ ਮੰਦਾ ਚੰਗਾ ਬੋਲਦੇ ਨੇ, ਜਾਂ ਦੇ ਭੈਣਾਂ ਵਾਲੇ ਵਿਆਹ ਹੋ ਜਾਂ ਕਰਾ ਕਰੂ ਲੈਂਦੇ ਨੇ, ਸਭ ਕੁਛ ਕਰਦੇ ਨੇ।
ਵੀ ਦੂਜੇ ਪਾਸੇ ਗੁਰਦੁਆਰੇ ਵਗੈਰਾ ਬਾਣੀ ਵਗੈਰਾ ਵੀ ਸੁਣੋ ਜੇ ਜਾਂਦੇ ਕਰਦੇ ਨੇ ਵੀ ਕਦੇ ਸੋਚਦਾ ਵੀ ਇਹਨਾਂ ਦੀ ਆਤਮਾ ਨਹੀਂ ਇਹਨਾਂ ਨੂੰ ਘਚੋਟਦੀ ਵੀ ਤੁਸੀਂ ਨਾਲੇ ਅੰਦਰ ਖਾਤੇ ਇਹਨਾਂ ਨੂੰ ਪਤਾ ਹੈ ਵੀ ਅਸੀਂ ਗਲਤ ਕਰਦੇ ਆ ਸਭ ਜਾਣਦੇ ਨੇ ਇਹ। ਬਾਬਾ ਜੀ ਇਹਨਾਂ ਦੀ ਆਤਮਾ 'ਚ ਸਿਰਫ ਜ਼ਮੀਨ ਦਾ ਲਾਲਚ, ਜਾਇਦਾਦ ਦਾ ਲਾਲਚ ਤੇ ਪੈਸੇ ਦਾ ਲਾਲਚ ਆ, ਹੋਰ ਇਹਨਾਂ ਨੂੰ ਕੁਝ ਦਿਖਦਾ ਹੀ ਨਹੀਂ। ਇਹਨਾਂ ਨੂੰ ਪਿਛਲੇ 150 ਸਾਲ 'ਚ नहीं कुछ दिखा और ਇਹਨਾਂ ਨੂੰ। पौरस भाई एक बात कल किसी ने बोली थी। ਗੁਰੀ ਭਾਜੀ ਨਾ ਕਿਰਾ ਨਾ ਮੈਂ ਰਿਸ਼ਤਾ ਜਿਹਾ ਕਰਾਉਣ ਲੱਗ ਗਿਆ ਤੇ ਕੁੜੀ ਸੀਗੀ ਜ਼ਿਮੀਂਦਾਰਾਂ ਦੀ, ਕਹਿੰਦੇ ਬਾਬੇ ਕੋਈ ਰਿਸ਼ਤਾ ਮੁੰਡਾ वगैरह भाल लो। नहीं मैं एक चीज बोलता हूँ, बोलना चाहता हूँ बाबा जी सुनो तो सही। एक छोटी सी बात है, आप बोल रहे हैं ना, मैं इस चीज को मानता हूँ कि जितने जो मेल्स डोमिनेटिंग सेक्स है ना, जो मतलब जो खालिस्तानी है, जो फीमेल्स है इनकी जो मतलब फीमेल है वो फिर भी बहुत मतलब अपने आप में बहुत काम है और बहुत मतलब अपने हिसाब से बहुत चलती हैं रास्ते पे, मतलब जैसे उनको बताया जाता है वो उनको प्रेशराइज करके ही ये सब चीजें अब इन्वॉल्व कर रहे हैं ये लोग, अदरवाइज उनके दिल में कभी ऐसी कोई इच्छा नहीं होती। जहाँ तक मेरा पर्सनल एक्सपीरियंस है, मैं अपनी बात कर रहा हूँ कि जो इनकी जो महिलाएं होती हैं वो कल्चर उनका बिल्कुल यही कल्चर होता है और उस चीज को वो एक्सेप्ट करती है। जैसे सनातन धर्म का कल्चर है, भाई बहनों के रिश्ते हैं, माँ बाप का रिश्ता है, वो लोग इस चीज को एक्सेप्ट करती हैं। जो जितनी भी सरदारनियां औरतें होती हैं, चाहे वो मतलब हिंदुस्तान के अंदर हो या हिंदुस्तान के बाहर हो, बट ये जो डोमिनेटिंग जो सिख है ना, जो इनके मतलब जो ऊपर रूल करते हैं, इनके ऊपर जो अपना दबाव डालने की कोशिश करते हैं, धर्म की चादर को ओढ़ने के बावजूद उनको गलत चीजों में धकेलने की कोशिश कर रहे हैं, ये इनके जो पति भाई और ये लोग जो हैं, ये इन लोगों का बहुत बड़ा हाथ है इन सब चीजों में। अदरवाइज मुझे नहीं लगता कि कोई भी फीमेल, चाहे वो सिख औरत हो या कोई हिंदू औरत हो, इन चीजों को नहीं करती। लेकिन आजकल जैसे जो नैरेटिव जो सेट होता जा रहा है ना, जैसे मतलब कट्टरता का, ये कट्टरता में इतने ज्यादा घुस चुके हैं कि अपने भाइयों बहनों के रिश्ते को नहीं देख रहे हैं लोग, अपने बेटी बाप के रिश्ते को नहीं देख रही हैं। ये इन चीजों को प्रोवोक किया जा रहा है और मतलब बाहर जैसे रह रहे हैं जो लोग, तो वो कल्चर वैसा ही अडॉप्ट कर रहे हैं वो। बिल्कुल ਇਹ ਨਾ ਪਤਾ ਕੀ ਗੱਲ ਹੈ ਜੀ, ਮੈਂ ਗੱਲ ਕਰ ਰਿਹਾ ਸੀਗਾ ਸਭ ਤੋਂ ਪਹਿਲਾਂ ਤਾਂ ਮੇਨ ਤਾਂ ਗੱਲ ਹੈ ਵੀ ਸਿੱਖੀ ਤਾਂ ਜਿਹੜੇ ਸਿੱਖੀ ਜਿੱਥੋਂ ਸ਼ੁਰੂ ਹੋਈ ਸੀ, ਸਿੱਖ ਧਰਮ ਤੋਂ ਸ਼ੁਰੂ ਹੋਏ ਪੰਥ ਸ਼ੁਰੂ, ਉਹਦਾ ਸਿਸਟਮ ਰਿਹਾ ਨਹੀਂ ਨਾ। ਤੇ ਇਹਦਾ ਕਬੀਲਾ ਹੀ ਨਹੀਂ, ਇਹਦਾ ਤਾਂ ਸਿੱਖ ਕਹਿਣਾ ਵੀ ਸਿੱਖ ਸ਼ਬਦ ਦਾ ਅਪਮਾਨ ਹੈ, ਇਹਨਾਂ ਨੂੰ ਸਿੱਖ ਸ਼ਬਦ ਵੀ ਨਹੀਂ ਕਹਿਣਾ ਚਾਹੀਦਾ ਗਾ। ਮੈਂ ਗੱਲ ਕਰ ਰਿਹਾ ਸੀਗਾ ਜਦੋਂ ਇਹ ਜ਼ਮੀਨ ਦਾ ਰਿਸ਼ਤਾ ਵਗੈਰਾ ਦੇਖਦੇ ਨਾ ਕੁੜੀ ਦਾ, ਤਾਂ ਉਦੋਂ ਕਹਿੰਦੇ ਇਹ ਨਹੀਂ ਦੇਖਦੇ ਵੀ ਮੁੰਡਾ ਕਾਬਲ ਹੈ ਜਾਂ ਨਹੀਂ ਹੈ, ਕਿਵੇਂ ਨਹੀਂ। ਸਭ ਤੋਂ ਪਹਿਲੀ ਮੈਨੂੰ ਗੱਲ ਪੁੱਛਦੇ ਵੀ ਜ਼ਮੀਨ ਕਿੰਨੀ ਆਉਂਦੀ ਹੈ, ਅੰਦਰ ਸੋਚ ਇਹਨਾਂ ਦੀ ਕੀ ਹੁੰਦੀ ਹੈਗੀ। ਭਾਜੀ ਉਹਨੂੰ ਪੁੱਛਦੇ ਮੁੰਡਾ ਕਿਹੜੇ ਮੁਲਕ ਆ, ਪਹਿਲੇ ਹੁੰਦਾ ਸੀ ਇਹਨਾਂ ਦਾ ਕਿ ਆਪਣਾ ਜ਼ਮੀਨ ਕਿੰਨੀ ਹੈ ਜਾਂ ਨਹੀਂ ਜੀ, ਨਹੀਂ ਭਾਜੀ ਹੁਣ ਵੀ ਜ਼ਮੀਨ ਤਾਂ ਪੁੱਛਣਗੇ ਇਹ ਨਹੀਂ ਮੁੰਡਾ ਕਿਹੜੇ ਮੁਲਕੋਂ ਬਾਅਦ ਦੀ ਗੱਲ ਹੈ। ਜ਼ਮੀਨ ਪੁੱਛਣ ਦਾ ਪਰਪਸ ਕੀ ਹੁੰਦਾ ਹੈ, ਇਹਦੇ ਸੋਚ ਅੰਦਰ ਖਾਤੇ ਹੁੰਦੇ ਪੈਣਾ ਕੁੜੀ ਸਾਡੀ ਜਾਂਦੇ ਰੰਡੀ ਹੋ ਜਾਏ ਪੈਣਾ ਜ਼ਮੀਨ ਸਾਨੂੰ ਆ ਜੇ, ਆਹ ਸੋਚ ਹੈ ਇਹਨਾਂ ਦੀ ਵੀ ਕੁੜੀ ਵਿਆਹ ਦੀਏ ਭਾਵੇਂ ਜਾਂਦੇ ਦੂਜੇ ਵਿਆਹ ਤੋਂ ਦੂਜੇ ਦਿਨ ਮਹੀਨੇ ਬਾਅਦ ਰੰਡੀ ਹੋ ਜੇ ਤੇ ਜਿੰਨੀ ਪ੍ਰਾਹੁਣੇ ਨੂੰ ਜ਼ਮੀਨ ਆਉਂਦੀ ਸਾਰੀ ਆ ਜਾਏ। ਹਕੀਕਤ ਹੈ ਵਕੀਲ ਸਾਹਿਬ, ਬਿਲਕੁਲ ਸੱਚਾਈ ਹੈ, ਦੇਖਿਆ ਹੋਇਆ ਇਹ ਹਾਲ ਹੈ ਇਹਨਾਂ ਦੇ। ਇਹਨਾਂ ਤੇ ਤਾਂ ਸਾਨੂੰ ਤਰਸ ਆਉਂਦਾ ਭਾਜੀ, ਸਾਨੂੰ ਤਰਸ ਆਉਂਦਾ ਇਹਨਾਂ ਤੇ। ਇੱਕ ਬੰਦੇ ਨਾਲ ਮੇਰੀ ਡਿਬੇਟ ਹੋਈ ਨਾ, ਰਾਜਸਥਾਨ ਤੋਂ ਧੱਕੇ ਮਾਰ ਕੱਢੇ ਹੋਏ ਨੇ, ਇਹ ਧੱਕਿਆਂ ਦੇ ਕੇ ਇਹ ਸਿੱਖੀ ਵਾਲੇ ਬੰਦੇ ਨਹੀਂ ਗੇ, ਸਿੱਖੀ ਬਾਬੇ ਨਾਨਕ ਵਾਲੇ ਸਿੱਖੀ ਜਿਹੜੇ ਜੁੜੇ ਬੰਦੇ ਉਹ ਹੋਰ ਸੀ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੁੜੇ ਸੀ ਉਹ ਬੰਦੇ ਹੋਰ ਸੀ। ਇਹ ਤਾਂ ਧੱਕੇ ਖਾ ਕੇ ਉਧਰੋਂ ਆਏ ਹੋਏ ਨੇ ਲੋਕ। ਇਹ ਕੋਲ 1% ਵੀ ਇਹਨਾਂ ਦਾ ਹਿੱਸਾ ਹੈ ਨਹੀਂ ਗਾ, ਇਹਨਾਂ ਤਾਂ ਸੋ ਗੱਦਾਰੀਆਂ ਕੀਤੀਆਂ ਨੇ ਇਹਨਾਂ ਨੇ ਸਿੱਖ ਧਰਮ ਨਾਲ। ਇਹਨਾਂ ਗੰਦਾ ਖੋਲ ਇਹਨਾਂ ਦਾ। ਹਾਂਜੀ ਕਰੋ ਕੰਟੀਨਿਊ। ਨੀਲਮ ਜੀ ਆਏ ਆਪਣੇ ਵਿੱਚ, ਇਹਨਾਂ ਨੂੰ ਪੁੱਛਦੇ ਇਹਨਾਂ ਦੇ ਕੀ ਵਿਚਾਰ। ਹਾਂਜੀ ਨੀਲਮ ਜੀ ਕੀ ਹਾਲ ਚਾਲ ਨੇ? My Punjabi and Hindi is not very good. I don't know. Okay, you can like English is okay. Whatever you want. Okay. I don't know why you guys have these silly rooms for, with all this bullshit that you guys are talking about. Find Okay, some people. I have known a few instances, not personally that I know, that people have done it just for visa purposes. Okay.
I have heard. Neelam, are you aware of a Malay 6? One second. Let her speak first. One second, Mr. Porras. Just let her speak. Like because I I can't already have speak like answer for you. Don't worry about that. Okay. In every culture, people do weird stuff. We know that, right? In Okay. Hinduism, we've heard of girls having to marry a dog or this or that or the other. Yes, I know some Sikhs have done it. I don't know them personally, like I said, but I know they have done it for visa purposes. Okay. I don't know anyone myself, but I So have heard basically, of you are it. justifying that. No. Listen. So basically, you are justifying that. I'm not justifying anything. I think it's all That's wrong. what you. No. So you just said like I know they just do this. Listen to me. You said Listen to they me. just do this. If you're No, gonna listen to me. pull out one No, you point, gotta if you listen to pull me. out one No, point, you gotta pull listen out to the me other first. two. You Don't are have in my to room. No, go this is here my and room, so you down. gotta listen to me. You gotta listen to me. You said like they just married for visa purpose. That's what you said, right? So are you aware of that? Like what you have just said? Are you justifying that? You just said like they are marrying just for visa purposes. This is not done, miss. This is not done. Brother and sister, this is a like most valuable relation in our culture. I don't know about your culture, but in our culture, we give respect to this relation. So, Sanju, I want you to explain her. Like I would say, like you could like explain better than me. Go ahead. Actually, she came here just for arguments. She don't know anything about their own religion. Neelam, are you aware of what is this term Malay? Have you ever heard about that? Neelam, have you ever heard about that? This word Malay? Oh, Google. She must be googling it. Acha, Sanju ji, there's one more thing. She doesn't know anything. No. She doesn't know anything. Manish ji, now I am porous. नहीं समझ गया मैंने नाम भी ले लिया मैं समझ गया था जी अच्छा ऐसा है ਅੱਛਾ ਤੁਸੀਂ ਬੋਲੇ ਸੀ ਉਦੋਂ ਮੈਨੂੰ ਲੱਗਾ ਪਤਾ ਨਹੀਂ ਸੌਰੀ ਇੱਕ ਮਿੰਟ ਭਾਜੀ ਬਸ ਸੌਰੀ ਮਨੀਸ਼ ਭਾਈ ਉਦੋਂ ਮੈਨੂੰ ਲੱਗਾ ਪਤਾ ਨਹੀਂ ਬਦਤਮੀਜੀ ਕਿਹਨੇ ਕੀਤੀ ਆ ਅੱਛਾ ਤੁਸੀਂ ਸੀਗੇ ਮੈਨੂੰ ਲੱਗਾ ਨਵਾਂ ਆਇਆ ਕੋਈ ਬੰਦਾ ਉਹ ਬੋਲਿਆ ਪੁੱਠਾ ਓਕੇ नहीं ਪੁੱਠਾ ਦਾ ਕੀ ਬੋਲਣਾ ਅੱਛਾ ਇਦਾਂ ਹੈ ਕਿ ਇੱਕ ਵੈਬਸਾਈਟ ਹੈ ਕੋਰ ਵੌਇਸਸ ਟਵਿੱਟਰ ਤੇ ਵੀ ਹੈਗੇ ਉਹ so they talk about sexual violence ਜਿਹੜੇ ਸਿੱਖ ਕਮਿਊਨਿਟੀ ਚ ਹੁੰਦਾ they talk about it openly Google ਤੁਸੀਂ ਕਰ ਲਓ ਤੇ it is an open platform where Sikh females talk about all these things और वॉइसेस करके है और एक और क्लैरिफिकेशन दे दूंगा यार ये वाला जो है ना अटैक लेके कि सर्च करांगे मनीष जी ਉਹਦਾ ਰੋਪੜ ਵਾਲੇ ਕੇਸ ਦਾ ਅਪਡੇਟ ਕਰੋਗੇ ਸਾਰਿਆਂ ਨੂੰ ਕੀ ਬਣਿਆ ਹੈਗਾ ਰੋਪੜ ਵਾਲਾ ਕੇਸ ਹੈ ਤਾਂ ਦੋ ਬੰਦਿਆਂ ਤੇ ਐਫਆਈਆਰ ਹੋਈ ਹੈ ਵਿਦ ਅਨਆਇਡੈਂਟੀਫਾਈਡ ਪਰਸਨਸ ਤੇ ਜਿਹੜਾ ਤੀਜਾ ਬੰਦਾ ਹੈ ਉਹ ਉਹਦਾ ਨਾਮ ਨਹੀਂ ਆਇਆ ਵਿੱਚ ਫॉर द रीजन बीइंग दैट ही हैज सम पॉलिटिकल सपोर्ट ਤੇ ਜਿਹੜਾ ਸੈਕਸ਼ਨ ਲੱਗੇ ਹੈ that is 296 341 and 506 ਬੇਲੇਬਲ ਹੈਗੇ ਹੈ ਬੇਲ ਮਿਲ ਜਾਣੀ ਉਹਨਾਂ ਨੂੰ 295 ਇਹ ਨਹੀਂ ਲਗਾਇਆ ਨਾ ਨਹੀਂ 295 ਨਹੀਂ ਲੱਗੀ 295 ਇਹ ਨਹੀਂ ਲੱਗੀ ਇੰਟੈਂਸ਼ਨਲੀ ਕੀਤਾ ਇਹਨਾਂ ਨੇ ਲਾ ਲਿਆ ਪ੍ਰੋਬਲਮ ਇੱਥੇ ਇਹ ਸੀ ਕਿ ਮਤਲਬ ਇਸ ਤੋਂ ਵਧੀਆ ਤਾਂ ਮੈਨੂੰ ਆਹ ਸੀਗਾ ਕਿ ਬਈ ਇਹ ਚਲੇ ਰਾਮਲੀਲਾ ਜਦੋਂ ਸ਼ੁਰੂ ਹੋਣੀ ਸੀ ਤੇ ਉਸ ਟਾਈਮ ਮਾਫੀ ਮੰਗ ਰਹੇ ਖੜੇ ਹੋ ਗਏ ਸਟੇਜ ਉੱਪਰ ਐਂਡ these people should have published it in paper newspaper publish ਕਰਨਾ ਸੀ ਫਿਰ that would have been a far better experience for the people to understand ਪਰ ਇਹ ਜਿਹੜਾ 296 ਵਾਲਾ ਜਿਹੜਾ ਸਿਸਟਮ ਹੋਇਆ ਨਾ ਇਹ that is I don't think ਕਿ ਕੁਝ ਫਰਕ ਪੈਣਾ it's a clear cut manipulation it's a clear legal manipulation ਬਿਲਕੁਲ ਤੁਸੀਂ ਤਾਂ ਹੋਈ ਉਸ profession ਤੇ ਤੁਸੀਂ ਤੁਹਾਨੂੰ ਪਤਾ ਹੀ ਹੈ and moreover it took them 3 days शनिवार में संडे मंडे ट्यूसडे मतलब ਤੀਜੇ ਦਿਨ ਹੋਇਆ ਹੈ ਕੰਮ so you can understand कि भाई 3 दिन तक ਇਹਨਾਂ ਨੂੰ ਰੋਕ ਕੇ ਰੱਖਿਆ अच्छा आज एक नया वो आया है कि बीएसएफ को कुछ राइट्स दिए गए हैं मतलब तो उसमें भी कुछ पंगा हो रहा है इनके पेट में दर्द हो रहा है वापस से पेट में दर्द होगा क्योंकि बीएसएफ को ऑर्डर किया गया है कि मेरा कल 50 किलोमीटर बॉर्डर से दे कैन सर्च एनीबॉडीज हाउस दे कैन स्पेशल arrest anybody yes they can arrest anybody in Punjab in West Bengal in Assam I think so और भी states हैं हाँ तो इसमें इनको क्यों दुख रहा है पुरुष भाई ये इसलिए दुख रहा है क्योंकि चोर की दाढ़ी में तिनका
बिल्कुल, कॉज ड्रोन से जो आ रहा है ना सामान, जो आ रहा है या फिर जो ड्रग्स है, दे कैन इजीली फाइंड इट ओवर देयर, वहां पे मिल जाएगा इनको सारा कुछ इजीली। मनीषी एक मैं और चीज यहाँ पे रिवील करूंगा। जैसे यूपी में पिछले काफी सालों से आपको पता है कि आर्मी ने कुछ चीजें स्पेशल एक्टिविटीज करी थी। आईबी और रॉ का इंफॉर्मेशन था, मस्जिदों से बहुत सारे आर्म्स एंड एम्युनिशन पकड़े गए। ठीक है, मैं गारंटी के साथ बोलता हूँ ये पंजाब में भी ऐसा बहुत कुछ है। ਭਾਜੀ ਜੋ ਸਿੱਖ ਵੌਇਸਸ ਬੜਾ ਵਧੀਆ ਪੇਜ ਹੈ ਯਾਰ, ਬੜਾ ਤਗੜਾ ਮਸਾਲਾ ਮਿਲ ਗਿਆ ਤੋਂ ਆਪਾਂ ਨੂੰ। ਸਿੱਖ ਵੌਇਸਸ ਬੜਾ ਤਗੜਾ ਪੇਜ ਹੈ ਯਾਰ, ਉਹਨਾਂ ਨੇ ਉਹ ਜਿਵੇਂ ਮੈਂਸ਼ਨ ਕੀਤਾ ਕਿਹੜੇ ਕਿਹੜੇ ਗੁਰਦੁਆਰੇ ਸੇਫ ਆ ਤੇ ਕਿਹੜੇ ਕਿਹੜੇ ਗੁਰਦੁਆਰੇ ਸੇਫ ਨਹੀਂ ਹੈਗੇ। ਜਾਣੋ what the hell man, ਲੱਭ ਗਿਆ ਤੁਹਾਨੂੰ। ਹਾਂਜੀ ਹਾਂਜੀ ਭਾਈ ਵਹੀ ਲੱਭਦਾ ਪਿਆ ਸੀਗਾ। ਔਰ ਯੰਗ ਐਂਡ ਵੈਲਿਊਏਬਲ ਜਿਹੜੀ ਆ ਵੈਬਸਾਈਟ ਹੈ ਨਾ, ਤੇ ਵੈਬਸਾਈਟ ਵੀ ਹੈ ਤੇ देयर इज ਟਵਿੱਟਰ ਅਕਾਊਂਟ ਵੀ ਹੈ। ਮਨੀਸ਼ੀ ਮੈਨੂੰ ਡੀਐਮ ਕਰ ਦੋਗੇ ਤੁਸੀਂ ਜੋ ਵੀ ਬੋਲਿਆ ਸੀ। ਮੈਂ ਭਾਜੀ ਸਿੱਖ ਕੋਰ ਵੌਇਸਸ ਗੂਗਲ ਸਰਚ ਕਰ ਲਓ। ओके और वॉइसेस गूगल पे सर्च कर लो बस। और वॉइसेस ट्विटर पेज भी ਹੈਗਾ। ਮਨੀਸ਼ੀ ਤੁਹਾਨੂੰ ਯਾਦ ਹੋਣਾ ਕਿ ਡਿਊਰਿੰਗ ਟੈਰਰਿਜ਼ਮ ਟਾਈਮ ਵੀ ਗੁਰਦੁਆਰਿਆਂ ਦੇ ਰੋਲ ਬੜੇ ਡਿਫਰੈਂਟ ਰਹੇ ਆ, ਚਾਹੇ ਉਹ ਸ਼ੈਲਟਰ ਦੇਣ ਦੇ ਵਿੱਚ, ਚਾਹੇ ਆਰਮਸ ਸਟੋਰ ਕਰਨ ਦੇ ਵਿੱਚ, ਜਾਂ ਆਰਮਸ ਡਿਸਟ੍ਰੀਬਿਊਟ ਕਰਨ ਦੇ ਵਿੱਚ ਵੀ। ਸਟਿਲ ਟੁਡੇ I know about 2-3 ਗੁਰਦੁਆਰਾਸ ਜਿੱਥੇ ਬਹੁਤ ਡਿਫਰੈਂਟ ਤਰੀਕੇ ਨਾਲ ਬਿਹੇਵੀਅਰ ਹੁੰਦਾ ਆ। ਅਸੀਂ ਆਮ ਬੰਦਾ ਉੱਥੇ ਮੱਥਾ ਟੇਕਣ ਨਹੀਂ ਜਾ ਸਕਦਾ। ਉਹਨਾਂ ਦੀ ਜਿਹੜੀ ਚਾਰ ਦੀਵਾਰੀ ਹੈ ਦੈਟ ਇਜ਼ ਅਰਾਊਂਡ ਉਹ 30 ਫੁੱਟ ਉੱਚੀ ਹੈ। ਕੈਨ ਯੂ ਇਮੇਜਿਨ ਕਿ ਇੱਕ ਚਾਰ ਦੀਵਾਰੀ 30 ਫੁੱਟ ਉੱਚੀ ਹੋਵੇ? ਐਂਡ ਦੇ ਆਰ ਹੈਵਿੰਗ ਬੇਸਮੈਂਟਸ ਹੈ, ਡਬਲ ਬੇਸਮੈਂਟਸ ਹੈ। ਉੱਥੇ ਆਮ ਬੰਦਾ ਨਹੀਂ ਜਾਂਦਾ, ਮੱਥਾ ਟੇਕਣ ਨਹੀਂ ਜਾ ਸਕਦਾ। ਆਈ ਨੋ ਅਬਾਊਟ 2-3 ਗੁਰਦੁਆਰਾਸ ਲਾਈਕ ਦੈਟ। ਇਹਨਾਂ ਦੇ ਬੇਸਮੈਂਟ ਚ ਜਿੱਥੇ ਮੈਨੂੰ ਲੱਗਦਾ ਫਲੋਰਸ ਬਣਾਏ ਹੋਏ ਆ, ਬੇਸਮੈਂਟ ਦੇ ਥੱਲੇ ਬੇਸਮੈਂਟ ਚ ਫਲੋਰ ਬਣਾਏ ਆ। ਮੈਂ ਤੁਹਾਨੂੰ ਦੱਸਦਾ, ਇੱਕ ਹੈ ਇੱਧਰ ਨਕੋਦਰ ਤੋਂ ਜਗਰਾਉਂ ਜਾਂਦੇ ਹੋਏ ਰਸਤੇ ਚ ਇੱਕ ਗੁਰਦੁਆਰਾ ਆਉਂਦਾ ਹੈ ਵਿੱਚ ਜਾ ਕੇ, ਤੇ ਫਲਾਈਓਵਰ ਕੋਲ ਨਹੀਂ ਉਸ ਤੋਂ ਪਹਿਲਾਂ, ਕਾਫੀ ਪਹਿਲਾਂ ਅੰਦਰ ਜਾ ਕੇ ਕਾਫੀ। ਮੈਂ ਡੋਂਟ ਵਾਂਟ ਟੂ ਮੈਂਸ਼ਨ ਦ ਨੇਮ ਹੇਅਰ। ਤੇ ਬਹੁਤ ਚੀਜ਼ਾਂ ਹੈਗੀਆਂ ਆ ਉੱਥੇ, ਬੜੀਆਂ ਐਕਟੀਵਿਟੀਜ਼, ਬੜੀਆਂ ਡਾਈਸੀ ਐਕਟੀਵਿਟੀਜ਼ ਹੈ। ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਆ ਜਿੱਥੇ ਉਹ ਮੇਰੇ ਕੋਲ ਰਾਜਾ ਢਾਬਾ ਹੈ ਉਹਦੇ ਆਲੇ ਦੁਆਲੇ। ਬਿਲਕੁਲ ਹੈ ਨਾ, ਬਿਲਕੁਲ ਸੁਣਨ ਚ ਆਇਆ ਮੈਨੂੰ। ਹਾਂਜੀ ਤੇ ਈਵਨ ਅਗਰ ਇਹ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਹੈ ਤਾਂ ਦਿਸ ਇਨਫੋਰਮੇਸ਼ਨ ਮਸਟ ਬੀ देयर ਵਿਦ ਏਜੰਸੀਜ਼ ਆਲਸੋ। ਬਿਲਕੁਲ ਹੈਗੀ ਹੈ। ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ, ਜਿਹਦੇ ਉੱਪਰ ਅੱਜ ਰਿਪੋਰਟ ਹੋਈ ਹੈ ਨਾ ਰੋਪੜ ਵਾਲੇ ਬੰਦੇ ਤੇ, ਦ ਏਜੰਸੀਜ਼ ਐਂਡ ਸੀਏ ਸਟਾਫ ਜਿਹੜੇ ਹੈਗੇ ਬੰਦੇ ਤੇ, ਉਹਨੂੰ ਪਤਾ ਵੀ ਇਹ ਬੰਦਾ ਅਸਲਾ ਰੱਖਦਾ, ਇਹਦੇ ਕੋਲ ਬੰਦੂਕਾਂ ਹੈਗੀਆਂ ਜਿਹੜੀ ਲਾਇਸੈਂਸ ਨਹੀਂ ਹੈ, ਸਾਰਾ ਕੁਝ ਪਤਾ ਇਹਨਾਂ ਨੂੰ। ਹਾਂਜੀ ਤੇ ਗਿੱਲ ਹੈ ਬੰਦਾ। ਮੁਨੀਸ਼ ਜੀ ਅੱਜ ਤੁਸੀਂ ਸ਼ਾਮੀ ਸਾਡੇ ਗਰੁੱਪ 'ਚ ਨਹੀਂ ਸੀਗੇ, ਅਸੀਂ ਰੂਮ ਬਣਾਇਆ ਸੀਗਾ ਤੇ ਰਾਜਵਿੰਦਰ ਜਿਹੜਾ ਸੀਗਾ ਇਹਨਾਂ ਦਾ ਮੇਨ ਬੰਦਾ ਸਾਡੇ ਨਾਲ ਆ ਕੇ ਪੰਗੇ ਲੈਂਦਾ ਹੁੰਦਾ। ਅੱਜ ਬੜੀ ਰੇਲ ਬਣਾਈ ਉਹਦੀ। ਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਰੂਮ ਬਣਾਇਆ ਸੀਗਾ ਸਾਨੂੰ ਜਵਾਬ ਦੇਣ ਲਈ ਜਾਂ ਸਾਡੇ ਰੂਮ ਬਾਰੇ ਡਿਸਕਸ਼ਨ ਕਰਨ ਲਈ। ਉਹਦੇ ਵਿੱਚ ਇਹਨਾਂ ਦੇ 2-3 ਮੇਨ ਬੰਦੇ ਆਪਸ 'ਚ ਇਹ ਗੱਲਾਂ ਕਰ ਰਹੇ ਸੀਗੇ ਕਿ ਈਵਨ ਕਲੱਬ ਹਾਊਸ ਤੇ ਵੀ ਆਈਬੀ ਦੇ ਤੇ ਏਜੰਸੀਜ਼ ਦੇ ਬੰਦੇ ਕਾਫੀ ਐਕਟਿਵ ਆ, ਤੇ ਧਿਆਨ ਨਾਲ ਕਰੋ ਕੰਮ। ਜ਼ਿਆਦਾ ਤੁਸੀਂ ਗਲਤ ਚੀਜ਼ਾਂ ਕਰੋਗੇ ਤਾਂ ਯੂ ਮੇ ਬੀ ਡਿਟੈਕਟਡ, ਤੁਹਾਨੂੰ ਇਹ ਫੜ ਲੈਣਗੇ। ਤੇ ਬੀ ਕੇਅਰਫੁਲ, ਮਤਲਬ ਕਿ ਦੇ ਆਰ ਹੈਵਿੰਗ ਫੀਅਰ ਇਹਨਾਂ ਦੇ ਅੰਦਰ ਡਰ ਵੀ ਹੈਗਾ, ਕਿਉਂਕਿ ਆਈਬੀ ਐਂਡ ਆਰ ਇੰਟੈਲੀਜੈਂਸ ਇਜ਼ ਵੈਰੀ ਐਕਟਿਵ। ਆਪਾਂ ਨੂੰ ਆਈਡੀਆ ਵੀ ਨਹੀਂ ਆ। ਐਬਸੋਲੂਟਲੀ ਭਾਜੀ ਹੈ ਹੀ ਹੈ। ਉਹਨਾਂ ਨੇ ਵਾਟ ਲਗਾਈ ਹੋਈ ਆ, ਵੱਟ ਕੱਢੇ ਹੋਏ ਆ ਪੰਜਾਬੀ ਚ ਅਗਰ ਆਪਾਂ ਕਹੀਏ ਤਾਂ ਇਹਨਾਂ ਦੇ। ਪੰਡਿਤ ਜੀ ਇਹਨਾਂ ਨਾਲ ਪਾਕਿਸਤਾਨੀ ਵੀ ਇਨਵੋਲਵ ਹੈ ਨਾ ਵਿੱਚ, ਮੈਂ ਤੇ ਪੰਜਾਬੀ ਜਿਹੜੇ ਹੈਗੇ ਉਧਰਲੇ, ਤੇ ਉਹ ਇਸ ਕਰਕੇ ਜ਼ਿਆਦਾ ਇਹਨਾਂ ਪਾ ਹੈਗੀ ਆ। ਬਿਲਕੁਲ ਚਾਰੀ ਜੀ ਇਨਵੋਲਵ ਹੈ, 100% ਇਨਵੋਲਵ ਹੈ। ਕੈਪਟਨ ਰਮਿੰਦਰ ਸਿੰਘ ਨੇ ਐਵੇਂ ਨਹੀਂ ਮੀਟਿੰਗਸ ਕੀਤੀਆਂ ਹੈਗੀਆਂ ਅਮਿਤ ਸ਼ਾਹ ਤੇ ਦੋਵਲ ਨਾਲ। ਹੀ ਇਜ਼ ਹੈਵਿੰਗ ਮਚ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥੀਸ ਥਿੰਗਸ। ਉਹਨੂੰ ਪਤਾ ਹੈ ਇੱਥੇ ਪੰਜਾਬ ਦੇ ਵਿੱਚ ਗੜਬੜ ਦੇ ਬਹੁਤ ਚਾਂਸਿਸ ਹੈ। ਕੱਲ ਕੁਛ ਵੀ ਹੋ ਜਾਏਗਾ। 100, 200, 500, 1000 ਬੰਦਾ ਵੀ ਅਗਰ ਆਪਣੀ ਜਾਨ ਗਵਾਉਂਦਾ ਤਾਂ ਇਟ ਇਜ਼ ਬਿਗ ਡੈਮੇਜ। ਕੈਪਟਨ ਨੂੰ ਪਤਾ ਹੈ ਇਸ ਚੀਜ਼ ਦਾ। ਕੀ ਪਤਾ ਉਹਦੀ ਸਹੇਲੀ ਵੀ ਉਹਨੂੰ ਮਾੜਾ ਮੋਟਾ ਦੱਸਦੀ ਹੋਵੇ ਜਿਹੜੀ ਉੱਧਰ ਬੈਠੀ ਹੈ। ਅਰੁਣ ਜੀ ਕੀ ਪਤਾ ਉਹ ਆਈਬੀ ਦੀ ਹੀ ਬੰਦੀ ਹੋਵੇ। ਬਿਲਕੁਲ I'm joking otherwise there are chances। ਮੈਂ ਵੀ joking। ਹਾਂਜੀ ਬਿਲਕੁਲ ਦੇਖੋ our security agencies are playing very important role from last 6-7 years। ਉਹ ਵੀ ਇਸ ਕਰਕੇ ਕਿਉਂਕਿ ਉਹਨਾਂ ਨੂੰ ਇਕੁਇਪ ਕੀਤਾ ਗਿਆ, ਉਹਨਾਂ ਨੂੰ ਫੰਡ ਕੀਤਾ ਗਿਆ, ਉਹਨਾਂ ਨੂੰ ਗਵਰਨਮੈਂਟ ਵੱਲੋਂ
ਬਹੁਤ ਜ਼ਿਆਦਾ ਸਪੋਰਟ ਕੀਤਾ ਗਿਆ। ਦੈਟਸ ਵਾਈ ਪਿਛਲੇ 7 ਸਾਲ ਵਿੱਚ ਆਪਾਂ ਕਦੀ ਸੁਣਿਆ ਕਿਤੇ ਵੀ ਨਿਊਜ਼ ਦੇ ਵਿੱਚ ਕਿ ਇਹ ਵਸਤੂओं को मत छुएं, ये कितने बम ब्लास्ट हो गया या कुछ हो गया। हैव यू हर्ड दिस कि कश्मीर जम्मू कश्मीर ਨੂੰ ਛੱਡ ਦਈਏ पूरे इंडिया 'ਚ है एक भी न्यूज़ नहीं है मेरा ख्याल निशी। ਉਸ ਭਾਜੀ ਪਹਿਲਾਂ ਤਾਂ ਇੱਕ ਮਿੰਟ ਵਿਸ਼ੇ ਤੂੰ ਬੋਲਿਓ। ਉਹ ਪੋਸਟ ਭਾਜੀ ਪਹਿਲਾਂ ਤਾਂ ਟੀਵੀ ਉੱਤੇ ਐਡਸ ਆਉਂਦੀਆਂ ਹੁੰਦੀਆਂ ਸੀ, ਤੁਹਾਨੂੰ ਪਤਾ ਹੀ ਆ। ਬੱਸਾਂ ਦੇ ਵਿੱਚ ਵੀ ਲਿਖੇ ਹੁੰਦੇ ਸੀਗੇ। रोन आई जस्ट सेंट यू समथिंग। रोन मैंने तेरे को टेक्स्ट पे भेजा है, वो उसमें ना सर्वे में जाके सबको पढ़ के सुना क्या लिखा। मैं थोड़ा बिजी हूँ, मैं पढ़ नहीं पाऊंगा। वो ना सबको पढ़ के सुना, उसमें जाओ अपना उसमें सर्वे में जाके वो उनको पढ़ के सुनाओ। आई थिंक वो सर्वे का लिंक ही है डायरेक्ट, वो पढ़ के सुनाओ इन सबको प्लीज। भाई हाँ या ना मैं बोलो। हाँ जी हाँ जी सुना रहा हूँ भाजी सुना रहा हूँ। तो उन्होंने क्या सी 2 मिनट रौन कि ਜਿਹੜੀ ਨਾ ਸਾਡੀ ਜਿਹੜੀ ਏਜੰਸੀ ਹੈ ਉਹਨੂੰ ਸਿਰਫ ਸਾਡੇ ਫੇਲੀਅਰਸ ਤੋਂ ਹੀ ਜਾਣਿਆ ਜਾ ਸਕਦਾ, ਕਿਉਂਕਿ ਜਦੋਂ ਕੋਈ ਫੇਲ ਹੁੰਦਾ ਮਿਸ਼ਨ ਜਾਂ ਕੋਈ ਵੀ ਉਦੋਂ ਹੀ ਲੋਕਾਂ ਨੂੰ ਪਤਾ ਲੱਗਦਾ, ਪਰ ਸਕਸੈਸਸ ਦਾ ਕਦੀ ਵੀ ਨਹੀਂ ਪਤਾ ਲੱਗਦਾ। ਤੇ ਉਹੀ ਪਾਰਸ ਭਾਜੀ ਦੀ ਗੱਲ ਕਿ 2 ਮਿੰਟ ਸੌਰੀ ਉਹੀ ਚੀਜ਼ ਕਿ ਜੇ ਅੱਜ ਤੱਕ ਅਸੀਂ ਸੁਣਿਆ ਨਹੀਂ ਨਾ ਕੁਛ ਵੀ ਏਦਾਂ ਦਾ, ਤੇ ਉਹ ਉਹਨਾਂ ਦੀਆਂ ਸਕਸੈਸਿਸ ਹੀ ਨੇ ਜਿਹੜੀਆਂ ਸਾਡੇ ਤੱਕ ਪਹੁੰਚ ਨਹੀਂ ਪਾਉਂਦੀਆਂ। ਰੌਨ ਜੀ ਹੁਣ ਤੁਸੀਂ बिल्कुल सही क्या, बिल्कुल सही क्या अरुण जी। ओवर टू रॉन नाउ। रॉन वन भाई ये बबलू ने ये आर्टिकल पता है, बहुत बड़ा आर्टिकल है। बबलू भाई क्या पढ़ चला गया बबलू तो। बबलू भाई ये बहुत बड़ा बॉम्ब है, वो चला दे उसको, बहुत बड़ा बॉम्ब है ये, चला दे तू फटाफट। अब मैं बोलूं कोर वॉइसेस वाला बोल 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 बिल्कुल 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 बोल। मनीष भाई मुझे बोल अच्छा क्लिक हेयर टू बिकम एन एलाई। अच्छा तो ये मैं बोल के सुनाता हूँ। ये कह रहे हैं कि सेफ गुरुद्वारास एंड सेव सिख स्पेसेस, वी डिजर्व सेफ्टी। Our young and vulnerable Sangat members deserve safety in Sikh spaces. Core Voices is committed to working with Sikh Gurdwaras and Sikh organizations to improve the current provisions and ensure that we make every Sikh space safe. आगे है, would your organization like to stand in solidarity with the core voice to make Sikh space safe? Become an ally and partner to core voices by supporting the movement to make all Sikh spaces safe. Then there is a link below. The Me Too Sikh movement was successfully launched with the immense support, but unsurprisingly, there has been a backlash from the Punjabi and Sikh community, specifically from Gurdwara management. We want to take a moment to step back, understand the gravity of what we are dealing with, and put those that are doubting the movement at ease by informing you all that we have an action plan that we want to implement globally. We want to preface that we aren't pushing this movement to bash anyone, but there has been a lot of suppressed pain the community has gone through that needs to be addressed and prevented from happening in the future. As Sikhs, we were once the go-tos. We were once the go-tos when someone was in need of help. Now we are afraid to talk to one another because of judgment or knowing that no action or consequences will be implemented even when someone speaks up. This needs to end. We need to be the justice fighters we once were. Since the launch of the hashtag #MeTooSikh movement, many women have spoken up about their mistreatment and uncomfortableness in the Sikh community, Gurdwaras especially. Women have said that they feel nervous to go to Gurdwaras because of how men stare and talk to them. Gurdwaras are supposed to be a safe haven for everyone.
not just Sikhs, but everyone. With these issues in mind, we need to find a way to change this, to implement a system that will stop abuse from happening as soon as possible. Core Voices needs support in creating policies to implement in every Gurdwara administered by the committee members, and that means talking this all the way to SGPC. It is our job to create the change we want to see, and if that means working with one Gurdwara at a time, then so be it. Our goal is to help victims professionally, to make sure they have helped properly, along with making sure the offenders go through the proper channels of reform. We don't want to shun anyone, but to help them rejoin society with ease. That is our job as Sikhs. We want to work with Gurdwaras and take the correct precautions to make sure our Sangat is safe. It is our job now to address these issues and solve them. The truth is, these horrendous acts are happening and we have to stop them. It's time to break the silence. Hashtag Chup Toro. We have gotten into the habit of keeping everything in and not letting anyone know what's going on. For the gentlemen that are unaware of the current issues and are probably taken aback by all of these stories, it's because the women only feel comfortable talking to other women. We need male allies just as much as females. Please stand up with us to break this cycle. Use the hashtag #MeTooSikh in the solidarity and help us become one hashtag Ekta. इस पे पता क्या है, एक और चीज है, वी कैन क्रिएट अ रूम. Last line रहेगी पाजी. Last line रहेगी. Support the movement and show up for the victims of abuse in Sikh and Punjabi spaces. When you have a few minutes, feel free to take this survey to help us understand the magnitude of what we are dealing with. Every submission will make a difference. भूल चूक माफी. वाहेगुरु जी का खालसा, वाहेगुरु जी की फतेह. ये मतलब एंडिंग थी उसकी. इस पे संजू अपना भाई ये अपना क्या कहते हैं, इस पे रूम बन सकता है अगर बनाना चाहे ना, तो वी कैन पिंग एवरीबॉडी. बिल्कुल बिल्कुल, इट्स गुड टॉपिक. बन जाएगा, एक फुल फ्लेज रूम बन जाएगा. बना लेंगे इसको. ये किसी के द्वारा से इनिशिएटिव लिया गया है, राइट? जो भी ये आर्टिकल था. नहीं, इट्स अ ग्रुप, कोर वॉइसेस करके एक ग्रुप है रोहन भाई. वो दे आर टॉकिंग अबाउट सेक्सुअल हरासमेंट इन सिख कम्युनिटी. तो काफी ये लोग काम कर रहे हैं, जो है ये फीमेल्स फ्रॉम देयर ओन कम्युनिटी. तो इस पे ग्रुप बन सकता है इफ वी वांट टू. ठीक है, मैं सर्वे कर देता हूँ जाकर. पाजी ये लिंक किसने दिया था? इंदिरा वाले ने दिया था. कि ये तो बबलू ने दिया. बबलू ਭਾਜੀ ਹੁਣੇ ਲੁਧਿਆਣੇ ਖਬਰ में भी होता है. ਲੁਧਿਆਣੇ ਦੀ ਖਬਰ ਆ ਰਹੀ ਹੈ, ਉੱਥੇ ਤੇ ਜਿਹੜੇ ਕ੍ਰਿਸਚੀਅਨਸ ਆਏ ਵੀ ਸੀਗੇ ਕਨਵਰਟ ਕਰਨ, ਉਹਨਾਂ ਦਾ ਫੈਂਟਾ ਲਾਇਆ ਗਿਆ ਤੇ ਉਹ ਬਿਆਨ ਵੀ ਚੱਲ ਰਿਹਾ. ਉਸੇ ਬੰਦੇ ਦਾ ਪਤਾ ਨਹੀਂ ਕਿਹੜਾ, ਜਿਹੜਾ ਕਸ਼ਮੀਰ ਮਾ ਵੀ ਗਿਆ ਸੀਗਾ, ਸਰਦਾਰ ਦਿੱਲੀ ਵਾਲਾ, ਐਨਕ ਵੀ ਲਾਉਂਦਾ ਹੈਗਾ, ਮੈਨੂੰ ਨਾਮ ਨਹੀਂ ਪਤਾ ਉਹਦਾ. ਕਿਹੜਾ ਸਿਰਸਾ? ਮਨਜਿੰਦਰ ਸਿੰਘ ਸਿਰਸਾ ਜੀ ਮਨੀਸ਼ ਭਾਈ ਨੇ ਦਿੱਤਾ ਸੀਗਾ, ਮੇਰਾ ਨਹੀਂ ਆ, ਉਹ ਕ੍ਰੈਡਿਟ ਨਹੀਂ ਲੈਣਾ ਉਸ ਚੀਜ਼ ਦਾ. ਮਨੀਸ਼ ਭਾਈ ਨੇ ਦੱਸਿਆ ਸੀਗਾ ਉਸ ਬਾਰੇ, ਕਹਿੰਦੇ ਸਰਚ ਕਰੋ. ਮੈਂ ਸਰਚ ਕੀਤਾ ਤੇ ਮੈਨੂੰ ਲੱਭਿਆ ਤੇ ਮੈਂ ਪੜਿਆ. ਮੈਂ ਬਿਜ਼ੀ ਸੀਗਾ ਤੇ ਮੈਨੂੰ ਰੋਨ ਨੂੰ ਭੇਜਤਾ ਤੇ ਰੋਨ ਨੂੰ ਮੈਂ ਕਿਹਾ ਪੜ੍ਹਦੇ. ਰੋਨ ਨੇ ਪੜ੍ਹਤਾ ਤੇ ਪੋਰਸ ਭਾਜੀ ਨੇ ਵੀ ਇਨੀਸ਼ੀਏਟ ਲਿਆ ਕਿ ਆਪਾਂ ਰੂਮ ਬਣਾਵਾਂਗੇ. ਟੋਟਲ ਇਹੀ ਹੈ, ਬਸ ਇਹੀ ਤੱਕ ਠਾ ਚੁੱਠਾ. ਨਹੀਂ, ਪਰ ਮੇਰਾ ਮੁੱਦਾ ਇਹ ਹੈ ਕਿ ਅਸੀਂ ਸਿੱਖਾਂ ਦੇ ਗੁਰਦੁਆਰੇ ਦੇ ਵਿੱਚ ਕੀ ਹੋ ਰਿਹਾ ਉਹਦੇ ਤੇ ਆਪਾਂ ਕਿਉਂ ਰੂਮ ਬਣਾਵਾਂਗੇ? ਨਹੀਂ ਭਾਜੀ, ਆਪਾਂ ਰੂਮ ਉਸ ਚੀਜ਼ ਤੇ ਨਹੀਂ ਬਣਾਉਣਾ. ਰੂਮ ਉਸ ਚੀਜ਼ ਤੇ ਬਣਾਉਣਾ ਆ ਕਿ ਸਾਨੂੰ ਤੁਸੀਂ ਹਰ ਵੇਲੇ ਟਾਰਗੇਟ ਕਰਦੇ ਆ. ਪਹਿਲੇ ਜਾਓ, ਆਪਣੀ ਕੁੜੀਆਂ ਸੇਵ ਕਰੋ, ਉਹਨਾਂ ਨੂੰ ਸੇਵ ਕਰੋ, ਤਾਂ ਕਿ ਹਾਂ ਤੁਹਾਨੂੰ ਬਾਹਰ ਆ ਕੇ ਗੱਲ ਕਰੋ. ਪਹਿਲੇ ਆਪਣੇ ਘਰ 'ਚ ਸੋਟਾ ਮਾਰੋ, ਫਿਰ ਬਾਹਰ ਜਾ ਕੇ ਕਿਸੇ ਬਾਰੇ ਗੱਲ ਕਰੋ. ਆਪ ਤੁਸੀਂ ਕੀ ਕਰਦੇ ਫਿਰਦੇ ਆ? ਇੱਕ ਕਠੂਆ ਦੇ ਵਿੱਚ ਇੱਕ ਅੱਜ ਤੋਂ 3-4 ਸਾਲ ਪਹਿਲਾਂ ਨਾ ਕਠੂਆ 'ਚ ਕੋਈ ਹਾਦਸਾ ਹੋਇਆ ਸੀਗਾ. ਉਹ ਕੰਫਰਮ ਵੀ ਨਹੀਂ ਹੋ ਪਾਇਆ ਸੀਗਾ. ਜਿਹੜੇ ਮੁੰਡੇ ਦਾ ਨਾਮ ਲਾਉਂਦੇ ਵੀ ਸੀ, ਉਹ ਮੁੰਡਾ ਉਹਦੇ ਨੂੰ ਲਖਨਊ 'ਚ ਸੀਗਾ ਜਿਹਦਾ ਨਾਮ ਲੱਗਾ ਸੀ ਰੇਪ ਦਾ. ਤੇ ਪੂਰੇ ਇੰਡੀਆ ਦੇ ਵਿੱਚ ਨੰਗਾ ਨਾਚ ਹੋਇਆ ਸੀਗਾ ਕਿ ਮੰਦਿਰ ਦੇ ਵਿੱਚ ਆ ਹੋਇਆ, ਮੰਦਿਰ ਦੇ ਵਿੱਚ ਆ ਹੋਇਆ. ਹਾਲਾਂਕਿ ਉਹ ਕੰਫਰਮ ਵੀ ਨਹੀਂ ਹੋਈ ਸੀ ਚੀਜ਼. ਠੀਕ ਹੈ ਜੀ.
ਤੇ ਇਹਨਾਂ ਦੇ ਵਿੱਚ ਦੂਏ ਦਿਨ ਕੁਛ ਨਾ ਕੁਛ ਚੱਲਦਾ ਪਿਆ ਵਾ, ਐਡੀ ਵੱਡੀ ਮੂਵਮੈਂਟ ਚੱਲ ਰਹੀ ਹੈ ਤੇ ਸਾਡੇ ਤੱਕ ਅਜੇ ਤੱਕ ਪਹੁੰਚੀ ਨਹੀਂ। ਕਿੱਡੇ ਸਮਾਰਟ ਲੋਕ ਆ ਯਾਰ, ਜਿਨ੍ਹਾਂ ਨੂੰ ਤੁਸੀਂ ਜੱਟ ਬੁੱਧੀ ਕਹਿੰਦੇ ਨੇ, ਉਹ ਤੁਹਾਡੇ ਤੋਂ 10 ਗੁਣਾ ਜ਼ਿਆਦਾ ਸਮਾਰਟ ਨਿਕਲੇ, ਉਹ ਤੁਹਾਡੇ ਤੋਂ 10 ਗੁਣਾ ਜ਼ਿਆਦਾ ਸਮਾਰਟ ਨਿਕਲੇ। ਨਹੀਂ ਬਿਲਕੁਲ ਚੱਕਰ ਯਾਰ ਮੇਰੀ ਗੱਲ ਸੁਣੋ ਬਬਲੂ, ਇਹ ਤੁਸੀਂ ਡਾਕਟਰ ਦੀ ਗੱਲ ਯਾਦ ਰੱਖੋ। ਮੈਂ ਵੀ ਕਹਿੰਦਾ ਹੁੰਦਾ ਇਹ ਕਾਮਨ ਸਟੇਟਮੈਂਟ ਹੈ, ਤੇ ਜਿਨ੍ਹਾਂ ਨੂੰ ਅਸੀਂ ਆਹ ਖੋਤੇ ਜਾਂ ਫੁੱਦੂ ਕਹਿੰਦੇ ਨਾ, ਦੇ ਆਰ ਦ ਮੋਸਟ ਚਤੁਰ ਪੀਪਲ ਇੱਥੇ ਆਪਣੀ ਸੁਸਾਇਟੀ 'ਚ। ਤੁਸੀਂ ਦੇਖੋ 150 ਸਾਲ ਤੋਂ ਇਹ ਫੁੱਦੂ ਬਣਾ ਰਹੇ ਨੇ, ਗਦਾਰੀਆਂ ਕਰਕੇ ਸਾਲਿਆਂ ਨੇ ਜ਼ਮੀਨਾਂ ਬਣਾ ਲਈਆਂ, ਸਾਰੀ ਹਿਸਟਰੀ ਡਿਸਟੋਰਟ ਕਰਤੀ, ਚੇਂਜ ਕਰਤੀ, ਫਿਰ ਸਾਡੇ ਸਿਰ ਤੇ ਚੜ ਕੇ ਬੈਠੇ ਆ, ਝੂਠ ਤੇ ਝੂਠ ਬੋਲਦੇ ਆ, ਚਾਹੇ ਗੰਗੂ ਬਾਮਣ ਨੂੰ ਲੈ ਕੇ, ਚਾਹੇ ਕਸ਼ਮੀਰੀ ਪੰਡਤਾਂ ਨੂੰ ਲੈ ਕੇ, ਚਾਹੇ ਹਿੰਦੂਆਂ ਦੀਆਂ ਜਨਾਨੀਆਂ ਬਚਾਉਣ ਦੇ ਨੂੰ, ਦੇਖੋ ਕਿੱਦਾਂ ਝੂਠ ਬੋਲਦੇ ਆ। ਇਹ ਫੁੱਦੂ ਨਹੀਂ ਹੈਗੇ, ਹਰਾਮਜ਼ਾਦੇ ਨੇ, ਸਭ ਤੋਂ ਚਤੁਰ, ਚਲਾਕ ਤੇ ਚੁਸਤ ਚਬਲ ਕੌਮ ਆ। ਮੈਂ ਤਾਂ ਇਹ ਸ਼ਰੇਆਮ ਕਹਿੰਦਾ, ਇਹ ਜੱਟ ਜਟਾੜੇ ਸਾਲੇ ਕਰਦੇ ਕਾਲੇ ਮਾਲੇ। ਬਿਲਕੁਲ ਇਹਨਾਂ ਨੇ ਨਾ ਅਰੁਣ ਭਾਜੀ ਇਹਨਾਂ ਨੇ ਰੀਅਲ ਸਿੱਖੀ ਜਿਹੜੀ ਹੈ ਨਾ, ਉਹ ਵੀ ਬਰਬਾਦ ਕਰਨ ਦੇ ਵਿੱਚ ਇਹਨਾਂ ਦਾ ਹੀ ਹੱਥ ਹੈ ਸਾਰਾ। ਉਹ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਪਰ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇੱਕ ਪੁਆਇੰਟ ਇਹਦੇ ਵਿੱਚ ਰੱਖਣਾ ਚਾਹੂੰਗਾ, ਉਹ ਇਹ ਹੈ ਕਿ ਉਹ ਚਲਾਕ, ਉਹਨਾਂ ਨੇ ਕੋਈ ਤਰੀਕਾ ਇਨਵੈਂਟ ਨਹੀਂ ਕੀਤਾ, ਉਹਨਾਂ ਨੂੰ ਇੱਕ ਸਟੈਂਸਲ ਬਣਾਇਆ ਮਿਲਿਆ, ਉਹਨਾਂ ਨੇ ਇੰਪਲੀਮੈਂਟ ਕੀਤਾ। ਅਸੀਂ ਕੀ ਆ, ਅਸੀਂ ਇਨਵੈਂਟ ਕਰਨ ਦੇ ਚੱਕਰ 'ਚ ਤੁਰੇ ਫਿਰਦੇ ਆ। ਉਹਨਾਂ ਨੇ ਵਿਕਟਮ ਕਾਰਡ ਵਾਲੇ ਸਟੈਂਸਲ ਚੱਕੇ, ਉਹਨਾਂ ਨੇ ਉਹ ਕਮਿਊਨਿਸਟ ਵਾਲੀਆਂ ਚੀਜ਼ਾਂ ਚੱਕੀਆਂ ਕਿ ਸਾਰਾ ਕੁਛ ਬਦਲੋ, ਹਨਾ। ਉਹ ਉਹਨਾਂ ਨੇ ਉਹੀ ਪੜ੍ਹਾਈਆਂ ਕਰਕੇ ਤੇ ਉਹਨੂੰ ਅਪਲਾਈ ਕਰ ਰਹੇ ਆ। ਹੁਣ ਤੁਸੀਂ ਇਹਦੀ ਲੈਂਗੁਏਜ ਆ, ਜਿਹੜਾ ਆਰਟੀਕਲ ਹੈ, ਤੁਸੀਂ ਸਾਫ਼ ਇੱਕ ਵਰਡ ਨੂੰ ਕਿੰਨੀ ਵਾਰੀ ਰਿਪੀਟ ਕੀਤਾ ਗਿਆ ਉਹਦੇ ਵਿੱਚ। ਉਹਦਾ ਮਤਲਬ ਕੀ ਹੈ ਕਿ ਜਦੋਂ ਡਿਜੀਟਲ ਪਲੇਟਫਾਰਮ ਦੇ ਵਿੱਚ ਅਸੀਂ ਕੁਛ ਵੀ ਏਦਾਂ ਦਾ ਮੀ ਟੂ ਜਾਂ ਉਹਦਾ ਰਿਸਰਚ ਕਰਾਂਗੇ ਜਾਂ ਸੇਫ ਸਪੇਸਿਸ ਬਾਰੇ ਪਾਵਾਂਗੇ, ਉਹ ਤੇ ਟੈਗ ਹੋ ਜਾਏਗਾ, ਉਹ ਤੇ ਐਲਗੋਰਿਦਮ ਦੇ ਵਿੱਚ ਆਪਣੇ ਆਪ ਉਹ ਉੱਪਰ ਆਏਗਾ। ਅਸੀਂ ਨਹੀਂ ਏਦਾਂ ਕਰਦੇ, ਅਸੀਂ ਉਹ ਚੀਜ਼ਾਂ ਨੂੰ ਨਾ ਤੇ ਸਮਝਿਆ, ਨਾ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ। ਅਸੀਂ ਸੋਚਦੇ ਕਿ ਅਸੀਂ ਕੋਈ ਨਵੀਂ ਚੀਜ਼ ਕਰੀਏ। ਮੈਂ ਤੁਸ਼ਾਰ ਭਾਜੀ ਨੂੰ ਕਹਿੰਦਾ ਇਸ ਚੀਜ਼ ਤੇ YouTube ਤੇ ਨਾ ਵੀਡੀਓ ਕਰਨ, ਤੁਸ਼ਾਰ ਭਾਈ ਦੇ ਠੀਕ ਠਾਕ ਫੋਲੋਅਰ ਆ ਤੇ ਠੀਕ ਠਾਕ ਵਿਊ ਆਉਂਦੇ ਉਹਨਾਂ ਦੀ ਵੀਡੀਓ ਤੇ ਮੈਂ ਤੁਸ਼ਾਰ ਭਾਜੀ ਨੂੰ ਕਹਿੰਦਾ ਵਾ ਇਸ ਚੀਜ਼ ਦੇ ਉੱਤੇ ਇੱਕ ਨਾ YouTube ਤੇ ਸੈਸ਼ਨ ਰੱਖੋ ਪਲੇ ਸਪੈਸ਼ਲ। ਮੈਂ ਉਹਨੂੰ ਹੁਣੇ ਟੈਕਸਟ ਕਰਨ ਲੱਗਾ ਵਾਂ, ਆਪਣਾ ਪੂਰਾ ਆਰਟੀਕਲ ਨਹੀਂ ਹੈ, ਵੈਬਸਾਈਟ ਹੈ ਯਾਰ। ਤੁਸ਼ਾਰ ਨੂੰ ਵੀ ਕਹੋ, ਪੁਨੀਤ ਨੂੰ ਵੀ ਕਹੋ, ਦੋਨਾਂ ਨੂੰ ਕਹੋ। SGPC ਦੀ ਗੁਰਜੀਤ ਕੌਰ ਦਾ ਵੀ ਬਿਆਨ ਆ ਗਿਆ ਹੈਗਾ, ਜਿਹੜੇ ਇਹ ਕ੍ਰਿਸਚਨਸ ਐਂਟੀ ਕ੍ਰਿਸਚਨਸ ਬਾਰੇ, ਤੇ ਉਹ ਚੱਲ ਰਿਹਾ ਹੈਗਾ। SGPC ਦਾ ਵੀ ਬਿਆਨ ਹੈਗਾ, ਉਹ ਸ਼ਾਇਦ ਕੁਝ ਮੈਂਬਰ ਹੈਗੀ ਆ। उसने ये राजेवाल जो था, उसने माफी मांग ली क्या? ऐसा कुछ न्यूज में चल रहा है अभी, जो पत्रकार था। हेलो भाइयों, कहाँ गए सब? यार न्यूज सुनी नहीं, मैं तो नहीं सुनी। ਜੇ ਉੱਥੇ ਲੋਕਲ ਕਿਸੇ ਨੇ ਸੁਣੀ ਹੋਵੇ ਯਾਰ, ਤੁਸੀਂ ਦੱਸ ਦਿਓ। ਜੇ ਤੁਹਾਡੇ ਕੋਲ ਨਿਊਜ਼ ਕੋਈ ਹੈਗੀ ਹੈ ਤੇ ਤੁਸੀਂ ਸ਼ੇਅਰ ਕਰ। हेलो अरविंद जी। जी पाजी, मैं भेज रहा हूँ, 1 मिनट, अभी मैं डीपी रखता हूँ उसका। एक्चुअली पंजाबी में, तो प्लीज मुझे गाइड करना क्या है उसमें।